नानक पग पंकज बंदन, पग पंकज बंदन। सिमरौ अंगद दोख निखंजन, गुरु अमरदास हृदय नित ध्याओ, हृदय नित ध्याओ। श्री गुरु रामदास गुण गाओ, गुरु अर्जन विघ्नन के नाशक, विघ्नन के नाशक। हर गोबिंद शुभ समत परगाशक। श्री हर राय नमो कर जोरी, नमो कर जोरी। श्री हर किशन मनाए बहोरी, गुरु तेग बहादुर परम कृपाला, परम कृपाला। श्री गुरु गोबिंद सिंह विशाला, तरौं तरा तर पुन पुन सीसा जी, पुन पुन सीसा। बंदों बार बार जगदीशा, या मह अमृत ज्ञान है, माणक भगति बैराग। श्री गुरु ग्रंथ साहिब जी उदध, बंदों कर अनुराग। एकंकारा सतगुरु, जह प्रसाद सच होए। वाहिगुरु जी की फतेह है, विघ्न विनाशन सोए। वाहिगुरु जी की फतेह है, विघ्न विनाशन सोए। सतनाम श्री वाहिगुरु साहिब जी। प्रथम जगत ब्रह्म स्वरूप, बन्यो अनक आत्मा अनूप। नष्ट हो है नाना विध जोए, बिना ब्रह्म ते दुति न होए। प्रथम जगत ते ब्रह्म स्वरूप। वाहिगुरु जी का खालसा, वाहिगुरु जी की फतेह। सतगुरु पातशाह ਸਾਹਿਬ जी ਦੇ पावन दरबार ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਬਖਸ਼ਿਸ਼ ਕਰਨ, ਰਹਿਮਤ ਕਰਕੇ ਪਾਵਨ ਸਾਖੀ ਜੋ ਸਿੱਖਿਆ ਨਾਲ ਭਰਪੂਰ ਹੈ, ਤਿਸ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਾ। ਇੱਕ ਵਾਰ
ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਦਿਵਸ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਏ। ਸੰਧਿਆ ਕੇ ਸਮੇਂ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਆ ਸੁਭਾਗ ਸਮਾਂ ਬਖਸ਼ਿਸ਼ ਹੋਏ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਸ਼੍ਰੀ ਮੁਖਵਾਕ ਦੇ ਰਾਹੀਂ ਸਾਨੂੰ ਜੀਵਨ ਦੀ ਜੁਗਤ ਬਖਸ਼ੀ ਹੈ। ਤੇ ਸਿੱਖ ਦਾ ਧਰਮ ਹੈ ਕਿ ਗੁਰੂ ਕੀ ਸਿੱਖਿਆ ਜੋ ਸ਼੍ਰੀ ਮੁਖਵਾਕ ਦੇ ਰਾਹੀਂ ਪ੍ਰਾਪਤ ਹੁੰਦੀ ਹੈ, ਕਮ ਸੇ ਕਮ ਅੱਜ ਦਾ ਦਿਨ ਤੇ ਉਹਦੀ ਛਾਂ ਹੇਠ ਗੁਜ਼ਾਰੇ। ਸ਼ਾਇਦ ਇਸੇ ਕਰਕੇ ਸਾਡੇ ਵਡੇਰਿਆਂ ਦੇ ਵੇਲੇ ਤੋਂ ਪਰੰਪਰਾ ਬਣੀ ਕਿ ਸਾਰਿਆਂ ਨੇ ਨਹੀਂ ਪੜ੍ਹਿਆ ਨਹੀਂ ਸੁਣਿਆ ਤੇ ਬਾਹਰ ਲਿਖ ਦਿੱਤਾ ਜਾਏ। ਅੱਜ ਤੋਂ 30-40 ਸਾਲ ਪਹਿਲਾਂ ਸ਼ਾਇਦ ਤੁਹਾਨੂੰ ਪਤਾ ਹੋਵੇ ਹੱਥ ਨਾਲ ਲਿਖ ਕੇ ਬੋਰਡ ਤੇ ਲਾਇਆ ਜਾਂਦਾ। ਸ਼੍ਰੀ ਦਰਬਾਰ ਸਾਹਿਬ ਅਜੇ ਵੀ ਲਿਖ ਲਿਖ ਕੇ ਹੱਥਾਂ ਨਾਲ ਲਾਉਂਦੇ ਨੇ। ਟੈਕਨੋਲੋਜੀ ਦਾ ਫਾਇਦਾ ਮਿਲਿਆ, ਪੂਰਾ ਸ਼ਬਦ ਅਰਥਾਂ ਸਮੇਤ ਪੜ੍ਹਨਯੋਗ ਭਾਸ਼ਾ ਦੇ ਵਿੱਚ ਸਾਨੂੰ ਪ੍ਰਾਪਤ ਹੋਏ ਨੇ। ਹਰ ਸਿੱਖ ਦਾ ਫਰਜ਼ ਬਣਦਾ ਹੈ ਆਉਂਦਿਆਂ ਜਾਂਦਿਆਂ ਉਹਨੂੰ ਕੇਵਲ ਦੇਖ ਕੇ ਮੱਥਾ ਹੀ ਨਾ ਟੇਕ ਕੇ ਪੜ੍ਹੇ, ਉਸ ਨੂੰ ਵਿਚਾਰੇ ਤੇ ਅੱਜ ਦਾ ਆਪਣਾ ਦਿਨ ਉਹਦੀ ਸ਼ਾਨ 'ਚ ਗੁਜ਼ਾਰਨ ਦਾ ਯਤਨ ਕਰੇ, ਰਿਲੇਟ ਕਰੇ ਆਪਣੇ ਆਪ ਨੂੰ ਉਹਦੇ ਨਾਲ। ਕਿਤਨਾ ਕਰ ਪਾਵਾਂਗੇ ਤੇ ਆਪੋ ਆਪਣਾ ਹੈ, ਪਰ ਜਿਤਨਾ ਵੀ ਕਰ ਪਾਏ ਉਤਨਾ ਹੀ ਮੁਬਾਰਕ। ਤੇ ਜਿਸ ਨੇ ਅੱਜ ਦੇ ਜੀਵਨ ਨੂੰ ਸ਼ਬਦ ਦੇ ਅਨੁਸਾਰ ਢਾਲ ਕੇ ਸਰਲ ਕਰ ਲਿਆ ਤੇ ਸੱਚ ਜਾਣੋ ਉਹਦਾ ਕੱਲ ਸਫਲ ਹੋ ਜਾਏਗਾ। ਜੇ ਅੱਜ ਸਰਲ ਹੋ ਗਏ ਤੇ ਕੱਲ ਸਫਲ ਹੋ ਜਾਵਾਂਗੇ। ਜਿਹੜੇ ਅੱਜ ਸਰਲ ਨਹੀਂ ਗਏ ਉਹ ਕੱਲ ਸਫਲ ਵੀ ਨਹੀਂ ਗਏ, ਕਿਉਂ ਕੱਲ ਫਿਰ ਠੋਕਰ ਖਾਣਗੇ ਉਲਝਣ ਦੀ। ਤੇ ਜ਼ਿੰਦਗੀ ਤੇ ਆਪਾਂ ਸਰਲ ਕਰਨੀ ਹੈ। ਗੁਰੂ ਪਾਤਸ਼ਾਹ ਸਾਹਿਬ ਦੇ ਕੋਲ ਸਾਡਾ ਇੱਥੇ ਬੈਠਣ ਦਾ ਜੋ ਮਕਸਦ ਹੈ, ਕੋਈ ਕਰਮ ਕਾਂਡ ਨਹੀਂ ਹੈ। ਇੱਥੇ ਬੈਠਣ ਦਾ ਮਕਸਦ ਹੈ ਸਾਡਾ ਚਿੱਤ ਨੂੰ ਸ਼ਾਂਤ ਕਰਨਾ। ਜਿਵੇਂ ਸਰਦੀਆਂ ਦੇ ਦਿਨਾਂ 'ਚ ਪੁਰਾਣੇ ਘਰਾਂ 'ਚ ਅੱਗ ਬਾਲ ਲਈ ਜਾਂਦੀ ਸੀ, ਲੋਕ ਨੇੜੇ ਹੋ ਕੇ ਬੈਠਦੇ, ਮਤਲਬ ਸੀ ਨਿੱਘ ਲੈਣਾ, ਸਰਦੀ ਤੋਂ ਬਚਣਾ ਹੈ, ਨਿੱਘ ਲੈਣਾ ਹੈ। ਇਵੇਂ ਹੀ ਅਸਾਂ ਨੇ ਗੁਰੂ ਪਾਤਸ਼ਾਹ ਸਾਹਿਬ ਦੇ ਕੋਲ ਬੈਠਣਾ ਹੈ। ਬਾਹਰ ਜੋ ਮਾਇਆ ਦਾ ਕੱਕਰ ਪੈਂਦਾ ਹੈ ਉਸ ਤੋਂ ਨਿੱਘ ਲੈਣਾ ਹੈ। ਗੁਰੂ ਕੀ ਬੁੱਕਲ ਦਾ, ਗੁਰੂ ਕੀ ਗੋਦ ਦਾ, ਗੁਰੂ ਕੇ ਆਗੋਸ਼ ਦਾ ਨਿੱਘ ਲੈਣਾ ਹੈ। ਉਸ ਨਿੱਘ ਵਿੱਚ ਜਿਹੜਾ ਜਿਹੜਾ ਆ ਜਾਏਗਾ ਉਹਦੇ ਖੂਨ 'ਚ ਹਰਕਤ ਰਹੇਗੀ, ਤੇ ਖੂਨ 'ਚ ਹਰਕਤ ਰਹੇਗੀ ਤੇ ਜੀਵਨ ਰੁਮਕਦਾ ਰਹੇਗਾ। ਨਹੀਂ ਤੇ ਖੂਨ ਜੰਮ ਜਾਏਗਾ। ਸਾਡੇ ਬਹੁਤੇ ਜੀਆਂ ਦਾ ਖੂਨ ਜੰਮਿਆ ਹੋਇਆ। ਸ਼ਾਇਦ ਇਸੇ ਨੂੰ ਲੋਕ ਕਹਿੰਦੇ ਨੇ ਖੂਨ ਪਾਣੀ ਬਣ ਗਿਆ, ਖੂਨ ਸਫੇਦ ਹੋ ਗਿਆ। ਗੁਰ ਕਿਰਪਾ ਕਰਨ ਅਸੀਂ ਪੜ੍ਹੀਏ, ਸੁਣੀਏ, ਵਿਚਾਰੀਏ ਤੇ ਸੰਗਤ ਵਿੱਚ ਆਪਣੇ ਆਪ ਨੂੰ, ਚਿੱਤ ਨੂੰ ਸ਼ਾਂਤ ਕਰਨ ਦਾ ਯਤਨ ਕਰੀਏ। ਬਾਣੀ ਸੁਣਿਆ ਚਿੱਤ ਸ਼ਾਂਤ ਹੁੰਦਾ ਹੈ, ਚਿੱਤ ਨਿਰਮਲ ਹੁੰਦਾ ਹੈ। ਤੇ ਜਿਉਂ-ਜਿਉਂ ਅਸੀਂ ਗੁਰੂ ਕੀ ਅਕਥ ਕਥਨ ਸੁਣਦੇ ਜਾਵਾਂਗੇ ਤਿਉਂ ਤੋਂ ਚਿੱਤ ਦੀ ਮੈਲ ਧੁਰਦੀ ਜਾਏਗੀ। ਸੁਣ ਹਰ ਕਥਾ ਉਤਾਰੀ ਮੈਲ। ਇਹਦੇ ਵਿੱਚ ਗਿਆਨ ਮਿਲਦਾ ਹੈ। ਗਿਆਨ ਵਿਚਾਰ ਤੇ ਟਰੈਵਲ ਕਰਦਾ ਹੈ। ਆਪਾਂ ਸਾਰੇ ਬਾਣੀ ਪੜ੍ਹਦੇ ਹਾਂ, ਬਾਣੀ ਗੁਰਬਾਣੀ ਆਪਾਂ ਕਹਿੰਦੇ ਹਾਂ। ਸੰਪੂਰਨ ਬਾਣੀ ਨੂੰ ਗੁਰਬਾਣੀ ਦਾ ਰੂਪ ਮਿਲਦਾ। ਸੰਪੂਰਨ ਗੁਰਬਾਣੀ ਸ਼ਬਦ ਸਰੂਪ ਹੈ। ਸ਼ਬਦ ਗਿਆਨ ਸਰੂਪ ਹੈ। ਗਿਆਨ ਵਿਚਾਰ ਸਰੂਪ ਹੁੰਦਾ ਹੈ। ਵਿਚਾਰ ਦੇ ਵਿੱਚ ਅੰਮ੍ਰਿਤ ਹੁੰਦਾ ਹੈ ਤੇ ਅੰਮ੍ਰਿਤ ਹੀ ਨਾਮ ਹੁੰਦਾ ਹੈ। ਅਸਾਂ ਨੇ ਇਹ ਟਰੈਵਲਿੰਗ ਹੈ ਸਾਡੀ, ਹੌਲੀ ਹੌਲੀ ਅਸੀਂ ਚੱਲਣਾ ਹੈ। ਬਾਣੀ ਪੜ੍ਹਦੇ ਹਾਂ, ਬਾਣੀ ਗੁਰਬਾਣੀ ਲੱਗ ਗਏ ਅਸੀਂ ਪੜ੍ਹਦੇ ਨੇ, ਇੱਥੇ ਅੰਮ੍ਰਿਤ ਹੈ, ਪਰ ਮਿਲੇਗਾ ਕਿਹਨੂੰ? ਬਾਣੀ ਗੁਰਬਾਣੀ ਲਾ ਕੇ ਤਿੰਨ ਹੱਥ ਚੜਿਆਰਾ। ਬਾਣੀ ਗੁਰਬਾਣੀ ਨਾਲ ਜੁੜੇ ਗਿਆਨ ਮਿਲੇਗਾ। ਗਿਆਨ ਵਿਚਾਰ ਸਰੂਪ ਹੈ। ਸੰਪੂਰਨ ਗਿਆਨ
ਵਿਚਾਰਾਂ ਤੇ ਟਰੈਵਲ ਕਰਦਾ ਹੈ, ਵਿਚਾਰ ਨਾਲ ਚੱਲਦਾ ਹੈ। ਵਿਚਾਰ ਵਿੱਚ ਅੰਮ੍ਰਿਤ ਹੈ, ਅੰਮ੍ਰਿਤ ਹੀ ਨਾਮ ਹੈ। ਅਸੀਂ ਨਾਮ ਹੀ ਤੇ ਪ੍ਰਾਪਤ ਕਰਨ ਲਈ ਇੱਥੇ ਬੈਠੇ। ਜਿਉਂ-ਜਿਉਂ ਅੰਮ੍ਰਿਤ ਨਾਮ ਹਿਰਦੇ 'ਚ ਵਸਦਾ ਜਾਏਗਾ ਕਰਨ ਕਟੋਰਿਆਂ ਦੇ ਰਾਹੀਂ, ਤਿਉਂ-ਤਿਉਂ ਚਿੱਤ ਸ਼ਾਂਤ ਹੁੰਦਾ ਚਲਾ ਜਾਏਗਾ। ਅੱਜ ਜਿਨ੍ਹਾਂ ਦੀ ਸਾਖੀ ਗਾਥਾ ਪੜ੍ਹਨ ਸੁਣ ਲਈ ਬੈਠੇ ਹਾਂ, ਉਹ ਸਤਿਗੁਰ ਦੇ ਹਜ਼ੂਰ ਬੈਠ ਕੇ ਗੁਰੂ ਕਾ ਉਪਦੇਸ਼ ਸ਼ਰਵਣ ਕਰਦੇ ਨੇ। ਸਾਖੀਆਂ ਤੇ ਗਾਥਾਵਾਂ ਪੜ੍ਹਨ ਦਾ ਮਕਤਲਬ ਹੈ, ਇਹ ਨਾ ਕਿਹਾ ਕਰੇ ਵੀ ਉਦੋਂ ਮਹਾਰਾਜ ਨੇ ਏਦਾਂ ਬਚਨ ਆਖਿਆ ਸੀ, ਫਲਾਣੇ ਗੁਰਸਿੱਖ ਨੂੰ ਫਲਾਣੇ ਜੋਗੀ ਦੇ ਨਾਲ, ਕਿਸੇ ਸੰਤ ਦੇ ਨਾਲ, ਕਿਸੇ ਪੰਡਤ ਦੇ ਨਾਲ, ਕਿਸੇ ਦੇ ਨਾਲ ਵੀ ਸੰਵਾਦ ਹੋ ਸਕਦਾ ਹੈ। ਨਹੀਂ, ਅੱਜ ਕਹਿੰਦੇ ਨੇ ਸਾਨੂੰ ਇੱਥੇ ਆਉਣਾ ਪੈਣਾ ਹੈ, ਸਾਨੂੰ ਵਰਤਮਾਨ ਕਾਲ ਵਿੱਚ ਪਹੁੰਚਣਾ ਪੈਣਾ ਹੈ। ਅਸੀਂ ਤੇ ਹਮੇਸ਼ਾ ਹੀ ਪਾਸਟ ਦੀਆਂ ਗੱਲਾਂ ਕਰਦੇ ਰਹਿ ਜਾਂਦੇ ਹਾਂ। ਗੁਰਬਾਣੀ ਪਾਸਟ ਨਹੀਂ ਹੈ, ਗੁਰਬਾਣੀ ਅਕਾਲ ਰੂਪ ਹੈ, ਤੇ ਅਕਾਲ ਦਾ ਮਤਲਬ ਜੋ ਕਾਲ ਦੇ ਚੱਕਰ ਤੋਂ ਪਾਰ ਹੈ। ਅਸੀਂ ਤੁਸੀਂ ਹਾਂ ਕਾਲ ਦੇ ਵਿੱਚ, ਸਾਡਾ ਪਾਸਟ ਹੈ, ਸਾਡਾ ਫਿਊਚਰ ਵੀ ਹੋਏਗਾ, ਵਰਤਮਾਨ ਵੀ ਹੋਏਗਾ। ਗੁਰਬਾਣੀ ਦਾ ਕੋਈ ਪਾਸਟ ਨਹੀਂ ਹੈ, ਤੇ ਹੈ ਸਦਾ ਹੈ। ਤੂੰ ਹੈ, ਤੂੰ ਹੋਵਨਹਾਰ। ਤੇ ਸਾਨੂੰ ਇੱਥੇ ਪਹੁੰਚਣਾ ਆਪਣਾ ਪ੍ਰੈਜ਼ੈਂਟ ਟੈਂਸ ਤੇ ਵਰਤਮਾਨ ਕਾਲ ਵਿੱਚ। ਕਿਤੇ ਸਾਡੀ ਮਨੋਦਸ਼ਾ ਇੰਨੀ ਨਿਰਮਲ ਹੋ ਜਾਏ, ਸਾਡੀ ਬਿਰਤੀ ਇੰਨੀ ਸ਼ੁੱਧ ਹੋ ਜਾਏ, ਸੰਕਲਪ ਸਾਡਾ ਇੱਥੇ ਪਹੁੰਚ ਜਾਏ ਵੀ ਅਸੀਂ ਗੁਰੂ ਦਰਬਾਰ 'ਚ ਬੈਠੇ ਹਾਂ, ਗੁਰੂ ਮਹਾਰਾਜ ਉਪਦੇਸ਼ ਕਰ ਰਹੇ ਨੇ, ਤੇ ਜਿਨ੍ਹਾਂ ਦੀ ਗਾਥਾ ਨਾਲ ਚੱਲਦੀ ਹੈ ਉਹ ਸਾਡੇ ਚੋਂ ਸ਼੍ਰੇਸ਼ਟ ਬਣ ਗੁਰੂ ਕੇ ਸਨਮੁਖ ਨੇ, ਤੇ ਗੁਰੂ ਪਾਤਸ਼ਾਹ ਨਾਲ ਸੰਵਾਦ ਕਰਦੇ ਪਏ ਨੇ। ਤੇ ਅਸੀਂ ਗੁਰੂ ਕੀ ਸੰਗਤ, ਗੁਰੂ ਕੀ ਗੋਚ ਬੈਠੇ ਉਸ ਸੰਵਾਦ ਨੂੰ ਸੁਣ ਰਹੇ ਹਾਂ। ਅਸੀਂ ਗੁਰੂ ਕੇ ਉਪਦੇਸ਼ ਨੂੰ ਸੁਣਦੇ ਹਾਂ, ਸੁਣਨੇ ਤੇ ਆਏ ਹਾਂ। ਆਇਓ ਸੁਣਨ ਪੜਨ ਕੋ ਬਾਣੀ। ਸੰਵਾਦ ਉਪਦੇਸ਼ ਗੁਰੂ ਕਾ ਹੈ, ਆਪਾਂ ਗੁਰੂ ਉਪਦੇਸ਼ ਸਰਵਣ ਕਰਨਾ ਹੈ। ਸੁਣਾਂਗੇ, ਚਿੱਤ ਵਿੱਚ ਵਸੇਗਾ, ਜਿਹਨ ਚਾਹੁੰਦਾ ਜਾਏਗਾ। ਤੇ ਆਪਾਂ ਪੜ੍ਹ ਰਹੇ ਸਾਂ, ਗੁਰੂ ਪਾਤਸ਼ਾਹ ਦੱਸ ਰਹੇ ਨੇ ਰੂਪਕ ਦੇ ਪ੍ਰਤੀਕ ਦੇ ਵਜੋਂ। ਫਿਰ ਧਿਆਨ ਉੱਥੇ ਲੈ ਜਾਈਏ। ਸੰਤੋਖ ਸਰ ਦਾ ਜੋਗੀ ਸਤਿਗੁਰ ਦੇ ਹਜ਼ੂਰ ਹੈ। ਗੁਰੂ ਮਹਾਰਾਜ ਰਹਿਮਤ ਦੇ ਘਰ ਆਏ ਨੇ, ਉਪਦੇਸ਼ ਬਖਸ਼ਿਸ਼ ਕੀਤੋ ਨੇ। ਉਸ ਉਪਦੇਸ਼ ਨੂੰ ਹੀ ਅਸੀਂ ਵਾਰਤਕ ਰੂਪ 'ਚ ਮਹਾਕਵੀ ਜੀ ਦੇ ਰਾਹੀਂ ਕਾਵਿਆਤਮਕ ਪੱਖ 'ਚ ਸ਼ਰਵਣ ਕਰਕੇ ਗ੍ਰਹਿਣ ਕਰ ਦੇ ਯਤਨ ਕਰ ਰਹੇ। ਕੱਲ ਪਾਤਸ਼ਾਹ ਦੱਸ ਰਹੇ ਸਨ ਕਿ ਭਾਈ ਜਿਵੇਂ ਇੱਕ ਸੋਨੇ ਦੇ ਕਈ ਗਹਿਣੇ ਬਣ ਜਾਂਦੇ ਨੇ, ਅਤੇ ਅਸੀਂ ਸਧਾਰਨ ਜੀ ਗਹਿਣਿਆਂ ਦੇ ਕਰਕੇ ਜਾਣਦੇ ਹਾਂ ਵੀ ਇਹ ਕੜਾ ਹੈ, ਮੁੰਦਰੀ ਹੈ, ਛਾਪ ਹੈ, ਛੱਲਾ ਹੈ, ਤਮਾਮ ਪ੍ਰਕਾਰ ਦੇ ਸੋਨੇ ਦੇ ਗਹਿਣੇ ਹੋਣਗੇ। ਅਸੀਂ ਤੁਸੀਂ ਜਦੋਂ ਵੀ ਇੱਕ ਦੂਜੇ ਨਾਲ ਗੱਲ ਕਰਦੇ ਹਾਂ, ਉਹਨਾਂ ਗਹਿਣਿਆਂ ਦੀ ਗੱਲ ਕਰਦੇ ਹਾਂ ਵੀ ਕਿਸ ਦਾ ਕੜਾ ਬੜਾ ਸੋਹਣਾ ਹੈ, ਹਾਰ ਬੜਾ ਚੰਗਾ ਹੈ। ਅਸੀਂ ਇਹੋ ਜਿਹੀ ਗੱਲ ਕਰਾਂਗੇ। ਆਪਾਂ ਅਸੀਂ ਤੁਸੀਂ ਸਾਰੇ ਜਦੋਂ ਗਹਿਣੇ ਖਰੀਦਣ ਜਾਂਦੇ ਹਾਂ, ਅਸੀਂ ਗਹਿਣੇ ਦੀ ਤਾਰੀਫ ਕਰਦੇ ਦੀ ਬਣਤਰ ਦੇ। ਸੁਨਾਰ ਵੀ ਕਹਿੰਦਾ ਦੇਖੋ ਜੀ ਕਿੰਨਾ ਸੋਹਣਾ ਹਾਰ ਬਣਾਇਆ, ਡਿਜ਼ਾਈਨ ਦੇਖੋ। ਠੀਕ ਹੈ, ਅਸੀਂ ਡਿਜ਼ਾਈਨ ਦੇਖਦੇ ਹਾਂ, ਮੁੱਲ ਲੈ ਲੈਂਦੇ ਹਾਂ, ਪਰ ਜਦੋਂ ਕਦੇ ਵੇਚਣ ਦੀ ਗੱਲ ਆਵੇ, ਅਸੀਂ ਆਪਣੀ ਛਾਪ, ਛੱਲਾ, ਮੁੰਦਰੀ ਜੋ ਕੁਝ ਵੀ ਸਾਡੇ ਕੋਲ ਹੁੰਦਾ ਹੈ, ਅਸੀਂ ਸੁਨਾਰ ਕੋ ਵੇਚਣ ਜਾਂਦੇ ਹਾਂ। ਤੇ ਫਿਰ ਉਸ ਨੂੰ ਕਹੇ ਦੇਖੋ ਜੀ ਹਾਰ ਦਾ ਡਿਜ਼ਾਈਨ ਕਿੰਨਾ ਸੋਹਣਾ ਹੈ। ਕਹੇਗਾ ਮੈਂ ਕੀ ਕਰਨਾ ਹੈ, ਮੈਨੂੰ ਤਾਂ ਦੱਸ ਸੋਨਾ ਕਿੰਨਾ ਹੈ। ਅਸੀਂ ਕੀ ਦੇਖ ਜੀ ਦੀ ਮੁੰਦਰੀ ਕਿੰਨੀ ਵਧੀਆ ਬਣੀ, ਸ਼ਾਈਨ ਕਿੰਨੀ ਹੈ, ਅਸਾਂ ਤਾਂ ਹੰਡਾਈ ਕੋਈ ਨਾ। ਉਹ ਕਹੇਗਾ ਮੈਨੂੰ ਕੀ ਫਰਕ ਪੈਂਦਾ ਹੈ, ਤੇਰੀ ਮੁੰਦਰੀ ਸੋਹਣੀ ਹੋਵੇ, ਤੇਰੇ ਹਾਰ ਦਾ ਡਿਜ਼ਾਈਨ ਬਹੁਤ ਚੰਗਾ ਹੋਵੇ, ਮੈਂ ਕੀ ਲੈਣਾ, ਮੈਂ ਤੇ ਤੋਲਦਾ ਹਾਂ ਸੋਨਾ ਕਿਤਨਾ ਹੈ। ਤੈਨੂੰ ਮੁੱਲ ਉਹਦੇ ਡਿਜ਼ਾਈਨ ਦਾ ਨਹੀਂ। ਅਸਾਂ ਨੇ ਜਦੋਂ ਪ੍ਰਾਪਤ ਕਰਨਾ ਹੈ, ਸਾਨੂੰ ਡਿਜ਼ਾਈਨ ਦੀ ਕੀਮਤ ਦੇਣੀ ਪੈਣੀ ਆ। ਪਰ ਜਦੋਂ ਅਸਾਂ ਵੇਚਣਾ ਹੈ, ਡਿਜ਼ਾਈਨ ਡੈਡ ਹੋ ਚੁੱਕਾ ਹੈ, ਉਹਦੀ ਸਾਰੀ ਘਾੜਤ ਖਤਮ ਹੋ ਚੁੱਕੀ ਹੈ। ਹੁਣ ਸਿਰਫ ਸੋਨਾ ਵਿਕਣਾ ਹੈ, ਉਹਦੀ ਸ਼ੁੱਧਤਾ ਨਹੀਂ। ਜਦੋਂ ਅਸੀਂ ਆਏ, ਸਾਡੇ ਡਿਜ਼ਾਈਨ ਦੀ ਸੰਸਾਰ ਨੇ ਮੁੱਲ ਪਾਇਆ, ਮੁੱਲ ਪੈਂਦਾ ਹੈ। ਅਸਾਂ ਆ ਵੀ ਚੰਗਾ, ਦੇਖੋ ਸਰੂਪ ਚੰਗਾ, ਰੂਪ ਚੰਗਾ, ਰੰਗ ਚੰਗਾ, ਜਾਤ ਚੰਗੀ, ਆ ਚੰਗਾ, ਆ ਚੰਗਾ। ਪਰ ਜਦੋਂ ਅਸੀਂ ਇੱਥੋਂ ਵਾਪਸ ਜਾਣਾ ਹੈ, ਇਸ ਡਿਜ਼ਾਈਨ ਦਾ ਕੋਈ ਮੁੱਲ ਨਹੀਂ ਪੈਣਾ, ਜਾਂ ਕੁਝ ਖਾ ਕੋ ਜਾਣਾ ਹੈ। ਅੱਗੇ ਕੀ ਦੀ ਕੀਮਤ ਹੈ, ਸੋਨਾ ਕਿਤਨਾ ਹੈ।
ਅਸੀਂ ਕਹਾਂਗੇ ਇਤਨਾ ਵਜ਼ਨ ਹੈ, ਕੋਈ ਕਹੇ ਨਹੀਂ ਨਹੀਂ ਨਹੀਂ, ਮੈਨੂੰ ਕੁਠਾਲੀ ਚ ਪਾ ਲੈਣ ਦੇ, ਮੁਲੰਮਾ ਕੱਢ ਲੈਣ ਦੇ, ਇਹਦੇ ਵਿੱਚੋਂ ਸ਼ੁੱਧਤਾ ਕਿਤਨੀ ਹੈ, ਕਿਤਨੇ ਕੈਰਟ ਦਾ ਹੈ, ਕਿਤਨਾ ਸ਼ੁੱਧ ਸੋਨਾ, ਉਹਦੀ ਕੀਮਤ ਮਿਲੇਗੀ। ਅੱਗੇ ਸਾਡੇ ਕਿਤਨੇ ਸ਼ੁੱਧ ਕਰਮ ਨੇ, ਉਹਦਾ ਮੁੱਲ ਪਏਗਾ। ਪਰ ਕਰਮ ਵੀ ਤੇ ਇੱਕ ਥਾਂ ਤੇ ਜਾ ਕੇ ਰੁਕ ਜਾਂਦੇ ਨੇ। ਜਿਹੜੀ ਕਰਮ ਸ਼ਾਸਤਰ ਚ ਨਾ ਪੜ੍ਹਿਆ, ਕਰਮ ਫਿਲਾਸਫੀ ਦਾ ਅਧਿਐਨ ਕੀਤਾ, ਨੂੰ ਪਤਾ ਹੈ ਕਿ ਕਰਮ ਇੱਕ ਥਾਂ ਤੇ ਆ ਕੇ ਰੁਕ ਜਾਂਦੇ ਨੇ। ਕਰਮ ਦਰਵਾਜ਼ੇ ਤੋਂ ਅੱਗੇ ਨਹੀਂ ਜਾ ਸਕਦੇ, ਦਰਵਾਜ਼ੇ ਤੇ ਦਸਤਕ ਦੇ ਸਕਦੇ ਨੇ ਬਸ, ਇਸ ਤੋਂ ਅੱਗੇ ਕਰਮ ਨਹੀਂ ਲਿਜਾ ਸਕਦੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮ ਨੇੜੇ ਕਰ ਸਕਦਾ ਹੈ, ਮਿਲਾਪ ਨਹੀਂ। ਮਿਲਾਪ ਪ੍ਰਾਪਤ ਕਰਨਾ ਹੈ, ਮਿਲਾਪ ਹਾਸਲ ਕਰਨਾ ਹੈ, ਤੇ ਕਰਮ ਨਹੀਂ, ਕਿਰਪਾ ਚਾਹੀਏ। ਕਰਮ ਦੇ ਨਾਲ ਦਰ ਤੇ ਆ ਜਾਵਾਂਗੇ, ਪਰ ਕਿਰਪਾ ਦੇ ਸਦਕੇ ਦਰ ਖੁੱਲੇਗਾ, ਜਿਸ ਨੂੰ ਅਸੀਂ ਫਿਲਾਸਫੀ ਚ ਪੜ੍ਹਦੇ ਹਾਂ। ਬਹੁਤ ਚੰਗੇ ਢੰਗ ਨਾਲ ਅਸੀਂ ਕਿਸੇ ਸੱਜਣ ਮਿੱਤਰ ਨੂੰ ਮਿਲਣ ਗਏ, ਅਸੀਂ ਉਹਦਾ ਆਤਾ ਪਤਾ ਲਿਖ ਲਿਆ, ਸਾਰਾ ਯਾਦ ਕਰ ਲਿਆ, ਨੋਟ ਕਰ ਲਿਆ, ਬਾਰ-ਬਾਰ ਪੜ੍ਹਦੇ ਹਾਂ, ਇੰਨਾ ਮਕਾਨ ਨੰਬਰ, ਇੰਨੀ ਗਲੀ ਨੰਬਰ, ਆਹ ਟੈਲੀਫੋਨ ਨੰਬਰ, ਪੁੱਛਦੇ ਪੁੱਛਦੇ, ਪੜ੍ਹਦੇ ਪੜ੍ਹਦੇ, ਚਲਦੇ ਚਲਦੇ, ਇੱਕ ਇੱਕ ਕਦਮ ਸਹੀ ਗਲੀ ਧਰਦੇ ਧਰਦੇ ਅਸੀਂ ਉਹਦੇ ਦਰਵਾਜ਼ੇ ਤੇ ਪਹੁੰਚ ਗਏ। ਜੋ ਲਿਖਿਆ ਸੀ ਨੰਬਰ, ਸਾਹਮਣੇ ਨੇਮ ਪਲੇਟ ਤੇ ਨੰਬਰ ਲਿਖਿਆ, ਅਸੀਂ ਦਰਵਾਜ਼ੇ ਤੇ ਖੜੇ ਗਏ, ਬੜੇ ਖੁਸ਼। ਅਸੀਂ ਦਰ ਪਹੁੰਚ ਗਏ, ਪਰ ਪਹੁੰਚੇ ਨਹੀਂ ਅਜੇ, ਬੈਲ ਵਜਾਈ, ਬਸ ਹੁਣ ਅਸੀਂ ਕੁਝ ਨਹੀਂ ਕਰ ਸਕਦੇ। ਘਰੋਂ ਖਰਚ ਕਰਕੇ ਆਏ ਹਾਂ, ਸਮਾਂ ਲਾ ਕੇ ਆਏ ਹਾਂ, ਅਸੀਂ ਵੱਧ ਤੋਂ ਵੱਧ ਉਹਦੇ ਦਰਵਾਜ਼ੇ ਦਾ ਕੁੰਡਾ ਖੜਕਾ ਸਕਦੇ ਹਾਂ, ਦਰਵਾਜ਼ੇ ਤੇ ਖਲੋ ਕੇ ਨਾਮ ਲੈ ਲੈ ਕੇ ਪੁਕਾਰ ਸਕਦੇ ਹਾਂ। ਉਹਦੀ ਮਰਜ਼ੀ ਹੈ ਅੰਦਰੋਂ ਕੁੰਡਾ ਖੋਲੇ, ਮਰਜ਼ੀ ਕੁੰਡਾ ਨਾ ਖੋਲੇ। ਉਹਦੀ ਮਰਜ਼ੀ ਹੈ ਸਾਨੂੰ ਦੇਖ ਕੇ ਇਗਨੋਰ ਕਰ ਦੇਵੇ, ਸਾਨੂੰ ਦੇਖ ਕੇ ਜੀਆਂ ਕਹਿ ਦੇਵੇ, ਇਹ ਉਹਦੀ ਮਰਜ਼ੀ ਹੈ। ਦਰ ਖੁੱਲਦਾ ਹੈ ਕਿਰਪਾ ਸਦਕੇ। ਦਰ ਕਰਮ ਦੀ ਆਵਾਜ਼ ਨਾਲ ਨਹੀਂ ਖੁੱਲਦਾ। ਬੇਨਤੀ ਕਰਦੇ ਹਾਂ, ਦਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀ ਜੈ ਖੋਲ ਕੇ ਵਾਰ। ਦਰਵਾਜ਼ਾ ਕਿਰਪਾ ਕਰਕੇ ਖੁੱਲਦਾ ਹੈ। ਇੱਥੇ ਕਿਰਪਾ ਪ੍ਰਾਪਤ ਕਰਨ ਆਈਏ। ਜੋ ਕਿਰਪਾ ਪ੍ਰਾਪਤ ਕਰਨ ਲਈ ਬੈਠਦੇ ਤੇ ਪਾਤਸ਼ਾਹ ਦੱਸਦੇ ਸਨ, ਹੁਣ ਕਿਰਪਾ ਕਿਤੇ ਹੁੰਦੀ ਜਿਸ ਤੇ ਪੱਲੇ ਨਾਮ ਹੁੰਦਾ, ਜਿਹਦਾ ਪਿਆਰਾ ਹੁੰਦਾ। ਬਸ ਕਿਰਪਾ ਦਾ ਇੱਕੋ ਹੀ ਸੂਤਰ ਹੈ ਕਿ ਉਹਦੇ ਨਾਲ ਸੰਬੰਧ ਹੈ, ਕਿ ਉਹਦੇ ਹੋ, ਜੇ ਉਹਦੇ ਹੋ ਤੇ ਕਿਰਪਾ ਕਰੇਗਾ, ਨਹੀਂ ਤੇ ਕੋਈ ਗੱਲ ਨਹੀਂ। ਖੈਰ, ਇਹੀ ਗਿਆਨ ਸਾਨੂੰ ਹੋਰ ਅਗਲੇ ਸਰੂਪਾਂ 'ਚ, ਅਗਲੇ ਐਗਜ਼ਾਮਪਲਸ ਦੇ ਰਾਹੀਂ ਪ੍ਰਾਪਤ ਹੋ ਰਿਹਾ। ਨਾਲ ਹੀ ਨਾਲ ਫਿਲਾਸਫੀ ਦੀ ਉਪਕ ਜੋ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਸਾਰਾ ਬ੍ਰਹਮੰਡੀ ਪਸਾਰਾ ਉਸ ਇੱਕ ਓੰਕਾਰ ਤੋਂ ਫੈਲਿਆ ਹੈ। ਸਾਰਾ ਪਸਾਰਾ ਅੱਜ ਜੋ ਨਜ਼ਰ ਆ ਰਿਹਾ ਹੈ, ਸਾਰਾ ਪਸਾਰਾ ਇੱਕ ਓੰਕਾਰ ਦਾ ਹੈ। ਇੱਕ ਓੰਕਾਰ ਨੂੰ ਹੀ ਸ਼ਾਸਤਰ ਲੋਕ ਬ੍ਰਹਮ ਕਹਿੰਦੇ ਨੇ। ਇਹ ਸਾਰਾ ਪਸਾਰਾ ਬ੍ਰਹਮ ਦਾ ਹੈ। ਬ੍ਰਹਮ ਦਿਸਦਾ ਹੈ, ਬ੍ਰਹਮ ਸੁਣਿਆ ਹੈ, ਦਿਸ ਵੀ ਬ੍ਰਹਮ ਰਿਹਾ ਹੈ ਤੇ ਸੁਣਿਆ ਵੀ ਬ੍ਰਹਮ ਹੀ ਜਾ ਰਿਹਾ ਹੈ। ਅਸੀਂ ਜੋ ਦੇਖ ਰਹੇ ਹਾਂ, ਅਸੀਂ ਤੁਸੀਂ ਇੱਕ ਦੂਜੇ ਨੂੰ ਦੇਖ ਰਹੇ ਹਾਂ, ਪਰ ਗਿਆਨੀ ਕਹੇਗਾ ਬ੍ਰਹਮ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜੋ ਦਿਸੈ ਸੋ ਤੇਰਾ ਰੂਪ। ਇਸ ਮੁਕਾਮ ਨੂੰ ਹਾਸਲ ਅਸਾਂ ਕਰਨਾ ਕਿ ਸਾਨੂੰ ਵੀ ਨਜ਼ਰ ਹੀ ਆ ਸਕੇ। ਸਤਿਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ, ਭਾਈ ਅੱਜ ਸਾਰਾ ਪਸਾਰਾ ਹੈ ਨਾ, ਇੱਕ ਬ੍ਰਹਮ ਤੋਂ ਪਸਰਿਆ, ਤੇ ਇੱਕ ਬ੍ਰਹਮ ਤੋਂ ਪਸਰਿਆ ਹੋਇਆ ਸਾਰਾ ਪਸਾਰਾ ਹੌਲੀ ਹੌਲੀ ਵਿਸਤਾਰ ਕਰਦਾ ਚਲਾ ਜਾਂਦਾ ਹੈ। ਇਸੇ ਦਾ ਅੱਜ ਫਿਲਾਸਫਿਕਲ ਪੱਖ ਦਾ ਦਰਸ਼ਨ, ਜਿਸ ਅਸੀਂ ਗੁਰਮਤਿ ਫਿਲਾਸਫੀ ਵੀ ਕਹਿੰਦੇ ਆ, ਬ੍ਰਹਮੰਡੀ ਪਸਾਰੇ ਦਾ ਦਰਸ਼ਨ ਵੀ ਕਹਿੰਦੇ ਆ, ਕਿਵੇਂ ਸਾਨੂੰ ਪ੍ਰਾਪਤ ਹੁੰਦਾ ਹੈ। ਵਿੱਚੋਂ ਗਿਆਨ ਦੇ ਬਖਸ਼ਿਸ਼ਾਂ ਜੋ ਗੁਰੂ ਦੇ ਰਾਹੀਂ ਪ੍ਰਾਪਤ ਹੁੰਦੀਆਂ ਨੇ, ਪ੍ਰਾਪਤ ਕਰਦੇ ਹਾਂ ਜੀ। ਪ੍ਰਥਮ ਜਗਤ ਬ੍ਰਹਮ ਸਰੂਪ। ਪ੍ਰਥਮ ਸਭ ਤੋਂ ਪਹਿਲਾਂ ਆ ਸਾਰਾ ਪਸਾਰਾ ਬ੍ਰਹਮ ਹੀ ਹੈ, ਜਿਸ ਨੂੰ ਕਿਤੇ ਹੋਰ ਖੁਲਾਸੇ ਦੇ ਨਾਲ ਜਿਨ੍ਹਾਂ ਕੋ ਸਮਾਂ ਹੋਵੇ ਪੜ੍ਹ ਲੈਣਾ। ਅਰਬਦ ਨਰਬਦ ਧੁੰਦੁਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਇਹ ਮਾਰੂ ਸੋਲਿਆਂ ਦੇ ਵਿੱਚ ਖੁਲਾਸਾ ਕੀਤਾ ਮਹਾਰਾਜ ਨੇ, ਬੇਅੰਤ ਖੁਲਾਸਾ ਕੀਤਾ ਹੈ। ਸਮਾਂ ਹੋਵੇ ਸਹਿਜ ਪਾਠ ਕਰਦੇ ਹੋ, ਜ਼ਰੂਰ ਪੜ੍ਹ ਕੇ ਦੇਖਣਾ। ਉਹ ਕਰਤਾ ਪੁਰਖ ਦੀ ਰਚਨਾ ਦਾ ਰੰਗ, ਕਰਤਾ ਪੁਰਖ ਦੀ ਰਹਿਮਤਾਂ ਦਾ ਰੰਗ, ਕਿਤਨੀ ਬਾਰੀਕੀ ਦੇ ਨਾਲ ਜਗਤ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ
ਸਾਡੇ ਨਾਲ ਸਾਂਝਾ ਕੀਤਾ, ਉਹ ਸਾਡੇ ਵਾਸਤੇ ਹੈ। ਪੜ੍ਹਿਆ ਕਰੀਏ, ਵਿਚਾਰਿਆ ਕਰੀਏ, ਉਸ ਗਿਆਨ ਅੰਮ੍ਰਿਤ ਨੂੰ ਪ੍ਰਾਪਤ ਕਰਿਆ ਕਰੀਏ। ਕਹਿਣ ਲੱਗੇ ਸਭ ਪਹਿਲਾਂ ਉਹ ਬ੍ਰਹਮ ਹੀ ਹੈ, ਬ੍ਰਹਮ ਦੀਸਾ ਹੈ, ਬ੍ਰਹਮ ਹੀ ਹੈ। ਬ੍ਰਹਮੀ ਅਦ੍ਰਿਸ਼ ਵੀ ਬ੍ਰਹਮ ਹੈ ਤੇ ਦ੍ਰਿਸ਼ਮਾਨ ਵੀ ਬ੍ਰਹਮ ਹੀ ਹੈ। ਉਹ ਬ੍ਰਹਮ ਦਾ ਪਸਾਰਾ ਹੀ ਹੈ, ਬ੍ਰਹਮ ਦਾ ਸਰੂਪ ਹੀ ਹੈ। ਹਾਂਜੀ, ਬਨਿਓ ਅਨਕ ਆਤਮਾ ਅਨੂਪ। ਦੂਤੀਆ ਦੂਸਰੇ ਪੱਧਰ ਤੇ ਉਸਨੇ ਬ੍ਰਹਮ ਨੇ ਆਤਮ ਸਰੂਪ ਧਾਰਨ ਕੀਤਾ ਹੈ। ਉਸੇ ਨੇ ਆਪਣੇ ਕੀਤਾ। ਜਦੋਂ ਉਹਨੂੰ ਚਾਹਿਆ ਕਿ ਮੈਂ ਹੋਵਾਂ, ਤੇ ਉਹਦੀ ਆਪਣੀ ਖੁਆਇਸ਼ ਹੈ ਨਾ, ਜਿਸ ਦੇ ਬਾਰੇ ਅਸੀਂ ਕੁਝ ਵੀ ਨਹੀਂ ਕਹਿ ਸਕਦੇ। ਗਿਆਨੀਆਂ ਨੇ ਆਪਣੇ ਆਪਣੇ ਢੰਗ ਨਾਲ ਕਹਿਣ ਦਾ ਯਤਨ ਕੀਤਾ, ਪਰ ਪਾਤਸ਼ਾਹ ਗੁਰੂ ਨਾਨਕ ਪਤਾ ਕੀ ਕੀਤਾ? ਬਸਾਓ ਏਕੋ ਕਵਾਓ। ਉਹਦਾ ਇੱਕ ਬਚਨ, ਉਹਦਾ ਹੁਕਮ, ਉਹਦੀ ਕਲਾ ਵਰਤੀ ਤੇ ਪਸਾਰਾ ਪਰਤ ਗਿਆ। ਉਹਨੇ ਫਿਰ ਆਤਮ ਸਰੂਪ, ਜੋ ਆਤਮਾਵਾਂ ਦਾ ਸਰੂਪ ਹੈ, ਸੰਖਿਪਤ ਸੂਖਸ਼ਮ ਪਾਕ ਹੈ, ਉਹ ਧਾਰਨ ਕੀਤਾ। ਨਸ਼ਟ ਹੋਏ ਨਾਨਾ ਵਿਦ ਜੋਏ। ਫਿਰ ਆ ਜੋ ਅਗਲਾ ਪਸਾਰਾ ਹੈ ਜੋ ਨਸ਼ਟ ਹੁੰਦਾ ਹੈ। ਪਹਿਲਾ ਪਸਾਰਾ ਤੇ ਦੂਜਾ ਪਸਾਰਾ ਨਸ਼ਟ ਨਹੀਂ ਹੁੰਦਾ। ਦੂਜੇ ਪਸਾਰੇ ਨੂੰ ਗਿਆਨੀ ਮੰਨਦੇ ਨੇ। ਉਹ ਜਦੋਂ ਚਾਹੇ ਉਹ ਆਪਣੇ ਚ ਲੈ ਕਰਦਾ, ਉਹ ਮੁੱਕਦਾ ਨਹੀਂ ਹੈ। ਸ਼ਾਇਦ ਅਭਿਆਸੀ ਪਾਠ ਕਰਦੇ ਹੋ ਕਦੇ ਕਦੇ, ਇਸ ਨੂੰ ਹੋਰ ਗਹਿਰੇ ਸਮਝਣਾ ਹੋਵੇ। ਜਬ ਉਦਕਰਖ ਕਰਾ ਕਰਤਾਰਾ, ਉਦਕਰਖ ਜਿਵੇਂ ਆਪਾਂ ਸਾਹ ਭਰਦੇ ਅੰਦਰ ਤੇ ਸਰੀਰ ਫੈਲਦਾ ਨਾ, ਜਿਵੇਂ ਉਹਨੇ ਚਾਹਿਆ ਹੋਵੇ ਸੰਸਾਰ ਤੇ ਹੋ ਗਿਆ। ਜਿਵੇਂ ਸਾਹ ਭਰਨ ਸਰੀਰ ਫੁੱਲਦਾ ਤੇ ਵਿਸਤਾਰ ਹੋ ਗਿਆ। ਤੇ ਸਮਾਂ ਪਾ ਕੇ ਜਬ ਆਕਰਖ ਕਰਤ ਹੋ ਕਬ ਹੋ, ਇਹ ਮਹਾਰਾਜ ਜਦੋਂ ਤੁਸੀਂ ਕਿਤੇ ਆਕਰਸ਼ਣ ਪੈਦਾ ਕਰਦੇ ਹੋ, ਖਿੱਚ ਪੈਦਾ ਕਰਦੇ ਹੋ, ਤੁਮ ਮੈਂ ਮਿਲਤ ਦੇਹ ਧਰ ਸਭ, ਸਾਰਾ ਪਸਾਰਾ ਤੁਹਾਡੇ ਚ ਸਮਾ ਜਾਂਦਾ। ਇਹਨੂੰ ਅਸੀਂ ਨਸ਼ਟ ਨੂੰ ਵੀ ਕਹਿ ਦੇਨੇ ਆ। ਇਹ ਤੀਜੀ ਗੱਲ ਹੈ, ਇਹ ਨਸ਼ਟ ਹੁੰਦਾ ਹੈ। ਜੋ ਦਿਸਦਾ ਹੈ ਉਹ ਬਣਦਾ ਹੈ, ਉਹ ਲੈ ਹੁੰਦਾ ਹੈ। ਕਿਉਂਕਿ ਦ੍ਰਿਸ਼ਟਮਾਨ ਦਾ ਆਕਾਰ ਦਾ ਇੱਕ ਦੋਸ਼, ਜਿੱਥੋਂ ਆਕਾਰ ਆਰੰਭ ਹੋ ਜਾਂਦਾ ਹੈ ਉੱਥੋਂ ਹੀ ਨਾਲ ਇੱਕ ਦੋਸ਼ ਆਰੰਭ ਹੋ ਜਾਂਦਾ ਹੈ। ਆਕਾਰ ਦਾ ਦੋਸ਼ ਹੈ ਖੈ ਹੋਣਾ, ਛੈ ਹੋਣਾ। ਭਾਵੇਂ ਉਹ ਕਿਤਨਾ ਕਠੋਰ ਅਤੇ ਭਾਵੇਂ ਉਹ ਕਿਤਨਾ ਵੱਡਾ ਆਕਾਰ ਕਿਉਂ ਨਾ ਹੋਵੇ, ਸਮੇਂ ਦੇ ਨਾਲ ਖੈ ਹੋ ਜਾਏਗਾ, ਸਮੇਂ ਦੇ ਨਾਲ ਉਹ ਘੁਲ ਜਾਏਗਾ, ਮਿਟ ਜਾਏਗਾ, ਮੁੱਕ ਜਾਏਗਾ। ਜਦੋਂ ਦਿਸਦਾ ਨਹੀਂ ਉਸ ਨੂੰ ਛੈ ਰੋਕ ਨਹੀਂ। ਹਾਂਜੀ, ਬਿਨਾ ਬ੍ਰਹਮ ਤੇ ਦੁਤੀ ਨਾ ਹੋਏ। ਬ੍ਰਹਮ ਤੋਂ ਬਿਨਾ ਤੇ ਹੋਰ ਕੁਝ ਹੈ ਹੀ ਨਹੀਂ। ਇੱਕ ਓੰਕਾਰ ਤੋਂ ਬਿਨਾ ਤੇ ਕੁਝ ਹੈ ਹੀ ਨਹੀਂ। ਕਰਤਾ ਪੁਰਖ ਵਾਹਿਗੁਰੂ ਤੋਂ ਬਿਨਾ ਤੇ ਕੁਝ ਹੈ ਹੀ ਨਹੀਂ। ਆ ਜੋ ਕੁਝ ਪਸਾਰਾ ਹੈ, ਅੱਜ ਵੀ ਕਿਤੇ ਗੁਰੂ ਕਿਰਪਾ ਕਰਨ ਅਸੀਂ ਜਿਹੜੇ ਸਤਸੰਗੀ ਹਾਂ, ਬਾਣੀ ਪੜਨ ਵਾਲੇ ਖਾਸ ਕਰਕੇ, ਇਹਨਾਂ ਨੂੰ ਸਮਝ ਹੋਣੀ ਚਾਹੀਦੀ ਆ। ਤੇ ਜੇ ਨਿਤਨੇਮੀ ਹੋ ਉਹ ਤੇ ਬਹੁਤ ਅੱਗੇ ਜਾਣੇ ਚਾਹੀਦੇ ਨੇ। ਉਹ ਤੇ ਰੋਜ਼ ਇਹ ਗੱਲਾਂ ਕਰਦੇ ਨੇ, ਮਹਾਰਾਜ ਮੈਂ ਦਰਸ਼ਨ ਕਰਨੇ ਨੇ। ਤੇ ਉਹ ਕਹਿੰਦੇ ਦੇਖਿਆ ਨਹੀਂ, ਸਾਡੇ ਨਾਲ ਗੱਲਾਂ ਨਿਤਨੇਮੀ ਰੋਜ਼ ਕਰਦੇ ਹੋ ਨਾ। ਇਹ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਮਹਾਰਾਜ ਮੈਂ ਤੇ ਨਹੀਂ ਦੇਖਿਆ, ਅਸਾਂ ਵੀ ਨਹੀਂ ਦੇਖਿਆ। ਆਪਾਂ ਹੀ ਕਹਾਂਗੇ ਮਹਾਰਾਜ ਮੈਂ। ਕਹਿਣ ਲੱਗੇ ਫਿਰ ਇਹ ਵਿਸ਼ਵ ਸੰਸਾਰ ਤੁਮ ਦੇਖਦੇ ਹੋ, ਹਮਾਰੇ ਦੇਖਦੇ ਹਾਂ। ਇਹ ਹਰ ਕਾ ਰੂਪ ਹੈ, ਇਹ ਹੈ ਹਰ ਕਾ ਰੂਪ ਜੋ ਆ ਵਿਸ਼ਵ ਸੰਸਾਰ ਦੇਖਦੇ ਹਾਂ। ਅਰੇ ਕਿੱਦਾਂ ਨਜ਼ਰ ਆਏਗਾ? ਸੁਣਤੇ ਲੈ ਆਏ, ਪੜ੍ਹਤੇ ਲੈ ਆਏ कि यह सारा विश्व संसार उदाहर का रूप है। पढ़ते ले मैं जो दिस है सो तेरा रूप पढ़िया है पर नजर नहीं आया। कह लगे काम होर कर, एक कदम होर अगे चल। महाराज किथे जावा? कह लगे गुरु कोला। सतगुर मिलिया है फिर की होएगा? कह लगे दिव्य दृष्टि होई, सतगुरु नूं मिलेगा। तेरे नजर दा पिया होया भरम दा पड़दा जिवें जिवें असीं कदे कदे देखदे मोतीया चढ़ जांदा है, असीं सियाणे डॉक्टर को जाने आ, वो मोतीया प्याज दे छिलके वांग उतार दिंदा है, सियाड़े साफ हो जांदी, उत्ते क्लेंस ला दिंदा है। कहण लगे तेरे ते अज्ञानता दा पड़दा पै गया। गुरु कोला नहीं चश्मा लगा ले, आसी चश्मे लगाने ना। चश्मा शब्द महाराज ने वरते पावन बाणी च किन्ना पढ़िया होवेगा। ਅਸੀਂ ਤੇ ਕਿਉਂਕਿ ਬਾਣੀ ਦਾ ਅਧਿਐਨ ਘੱਟ ਕਰਦੇ ਆ, ਸਤਿਗੁਰ ਨੇ ਸ਼ਬਦ ਵਰਤੇ ਹੈ ਭਾਈ। ਜੇ ਦੂਰ ਤੱਕ ਨਜ਼ਰ ਨਹੀਂ ਆਉਂਦਾ, ਕਲੀਅਰ ਵਿਜ਼ਨ ਨਹੀਂ ਹੈ ਤੇ ਚਸ਼ਮਾ ਲਾ ਲਾ, ਕਿਹੜੀ ਔਖੀ ਗੱਲ ਹੈ। ਆਪਾਂ ਵੀ ਤੇ ਕਹਿੰਦੇ ਭਾਈ ਐਨਕ ਲਵਾ ਲਓ ਭਾਈ। ਆ ਕਈ ਵਾਰ ਕੋਈ ਵਿਅਕਤੀ ਪੜਨ ਚ ਔਖਾ ਜਿਹਾ ਹੁੰਦਾ ਹੋਵੇ ਤੇ ਆਪਾਂ ਸਲਾਹ ਦਿੰਦੇ ਭਾਈ ਚਸ਼ਮਾ ਲਾ ਲਓ, ਹੁਣ ਉਮਰ ਹੋ ਗਈ ਤੁਹਾਡੀ,
ਸਤਿਗੁਰ ਕਹਿੰਦੇ ਚਸ਼ਮਾ ਲਾ ਲਓ, ਕਿਤੇ ਪੜ੍ਹਨਾ ਹੋਵੇ ਸਮਾਂ ਦੇਖੇ। ਤੇ ਲੰਘ ਦੇ ਪਹਿਲੇ ਬਚਨਾਂ ਚੋਂ ਬਾਬਾ ਕਬੀਰ ਸੋ ਬਚਨ ਹੈ, ਅਸਮਾਨ ਮੇ ਆਨੇ ਲਹੰਗ ਦਰਿਆ ਗੁਸਲ ਕਰਤਨ ਬੋਧ। ਆ ਦਰਿਆ ਸੰਸਾਰ ਦੇ ਜਿਹੜੇ ਧਰਤੀ ਤੋਂ ਇੱਕ ਤੋਂ ਦੂਜੇ ਪਾਸੇ ਨੂੰ ਜਾਂਦੇ, ਆਪਾਂ ਇਸ਼ਨਾਨ ਕੀਤੇ ਬੜੇ ਕੀਤੇ ਹੋਣਗੇ, ਪਰ ਕਦੇ ਇੱਕ ਦਰਿਆ ਉਹ ਜੋ ਆਸਮਾਨ ਮੇ ਆਨੇ, ਆਸਮਾਨ ਦੇ ਵਿੱਚ ਹੈ, ਆਸਮਾਨ ਵੱਲ ਨੂੰ ਜਾਂਦਾ ਹੈ। ਬਾਕੀ ਸਾਰੇ ਦਰਿਆ ਉੱਪਰ ਤੋਂ ਹੇਠਾਂ ਨੂੰ ਵਗਦੇ ਨੇ, ਪਰ ਇੱਕ ਦਰਿਆ ਹੈ ਜੇ ਹੇਠਾਂ ਤੋਂ ਉੱਪਰ ਨੂੰ ਜਾਂਦਾ, ਸੁਰਤ ਦਾ ਦਰਿਆ, ਪ੍ਰੇਮ ਦਾ ਦਰਿਆ, ਸਤਸੰਗਤ ਦਾ ਦਰਿਆ। ਸੁਰਤ ਹਮੇਸ਼ਾ ਹੇਠਾਂ ਤੋਂ ਉੱਪਰ ਨੂੰ ਜਾਂਦੀ ਹੈ। ਆਸਮਾਨ ਮੇ ਆਨੇ ਲਹੰਗ ਦਰਿਆ। ਮਹਾਰਾਜ ਕੀ ਕਰਾਂ? ਇਹਨੇ ਗੁਸਲ ਕਰ ਦੇਣ ਬੋਧ, ਗੁਸਲ ਕਰਨਾ ਉਹਦੇ ਵਿੱਚ। ਗੁਸਲ ਦਾ ਮਤਲਬ ਇਸ਼ਨਾਨ। ਉਸ ਆਸਮਾਨ ਵਾਲੇ ਦਰਿਆ ਦੇ ਵਿੱਚ ਇਸ਼ਨਾਨ ਕਰ। ਆ ਦੁਨੀਆ ਦੇ ਦਰਿਆ ਵਿੱਚ ਇਸ਼ਨਾਨ ਕੀਤਾ, ਮੈਲ ਉਤਰ ਗਈ, ਨਿਰਮਲਤਾ ਮਿਲੀ, ਸ਼ੀਤਲਤਾ ਮਿਲੀ, ਵਕਤੀ ਤੌਰ ਤੇ ਟੈਂਪਰੇਰੀ ਮਿਲੀ। ਇਸ ਆਸਮਾਨੀ ਰੂਹਾਨੀ ਦਰਿਆ 'ਚ ਜਿਸਨੇ ਇਸ਼ਨਾਨ ਕਰ ਲਿਆ, ਫਿਰ ਉਸਨੂੰ ਮਿਲੇਗਾ ਸਦੀ ਵੀ ਸ਼ੀਤਲਤਾ। ਆਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰ ਤਨੂਤ। ਫਿਰ ਕੀ ਹੋਏਗਾ? ਚੱਲ ਕੇ ਦਰ ਲਾਏ ਚਸ਼ਮੇ, ਫਿਰ ਚਸ਼ਮਾ ਲਾ ਲਿਆ, ਅੱਖਾਂ ਸ਼ੀਤਲ ਹੋ ਗਈਆਂ, ਸ਼ਾਂਤ ਹੋ ਗਈਆਂ। ਮਹਾਰਾਜ ਨਜ਼ਰ ਨਹੀਂ ਖੁੱਲਦੀ, ਕਹਿੰਦੇ ਕੋਈ ਗੱਲ ਨਹੀਂ, ਚਸ਼ਮਾ ਲਾ ਲਿਆ। ਫਿਰ ਕੀ ਮਿਲੇਗਾ? ਆ ਡਾਕਟਰਾਂ ਕੋਲ ਵੇਖਿਆ ਨਾ, ਇੱਕ ਚਸ਼ਮੇ ਸ਼ੀਸ਼ਾ ਰੱਖਿਆ, ਦੂਜਾ ਰੱਖਿਆ, ਤੀਜਾ ਰੱਖਿਆ, ਚੌਥਾ ਰੱਖਿਆ, ਪਰ ਹੁਣ ਠੀਕ ਹੈ? ਹਾਂਜੀ ਹੁਣ ਠੀਕ ਹੈ। ਹੁਣ ਵਿਜ਼ਨ ਕਲੀਅਰ ਕਰਨ ਲੱਗੇ, ਆਹ ਨੰਬਰ ਨੋਟ ਕਰ ਲੈ, ਇਹ ਚ ਸ਼ੀਸ਼ਾ ਬਣਵਾ ਲੈ, ਫਰੇਮ ਚ ਪਾ ਲੈ, ਤੇ ਹੁਣ ਤੈਨੂੰ ਸਾਰਾ ਦੂਰ ਤੱਕ ਦਿਸੇਗਾ। ਕਹਿਣ ਲੱਗੇ ਫਿਰ ਸਤਿਗੁਰ ਦੇ ਪ੍ਰੇਮ ਦਾ, ਸਤਿਗੁਰ ਦੇ ਗਿਆਨ ਦਾ ਚਸ਼ਮਾ ਲਾ। ਦੁਨੀਆ ਦੇ ਚਸ਼ਮੇ ਦੇ ਵੇਖੋ ਅੱਛਾ ਦੁਨੀਆ ਦਿਖੇਗੀ, ਨਫ਼ਰਤ ਦੇ ਚਸ਼ਮੇ ਦੇ ਵਿੱਚ ਵੇਖਾਂਗੇ ਨਫ਼ਰਤ ਦਿਖੇਗੀ, ਪ੍ਰੇਮ ਦੇ ਚਸ਼ਮੇ 'ਚ ਵੇਖਾਂਗੇ ਪ੍ਰੇਮ ਨਜ਼ਰ ਆਏਗਾ, ਤੇ ਜੇ ਗੁਰੂ ਕੇ ਚਸ਼ਮੇ ਦੇ ਵਿੱਚ ਦੀ ਦੇਖਾਂਗੇ ਤੇ ਫਿਰ ਪਰਮੇਸ਼ਰ ਨਜ਼ਰ ਆਏਗਾ। ਤੇ ਲਾਏ ਚਸ਼ਮੇ ਫਿਰ ਚਾਹੇ ਤਹਾਂ ਮੌਜੂਦ, ਫਿਰ ਮਿਲੇਗਾ ਹਾਜ਼ਰ, ਫਿਰ ਮਿਲੇਗਾ ਪ੍ਰਮਾਤਮਾ। ਅੱਜ ਕਹਿਣ ਲੱਗੇ ਕਿਤੇ ਉਹ ਦੇਖ, ਉਹੀ ਹੋਇਆ, ਉਸ ਤੋਂ ਬਿਨਾਂ ਤੇ ਹੈ ਕੋਈ ਨਹੀਂ। ਪਰ ਇਹ ਗੁਰੂ ਕੇ ਗਿਆਨ ਦਾ ਚਸ਼ਮਾ ਲਾ ਨਾ। ਅਸੀਂ ਕਿਤੇ ਕਿ ਮਹਾਰਾਜ ਤੂੰ ਆਪੇ ਗੁਰ ਚੇਲਾ ਹੈ, ਆਪੇ ਤੈਨੂੰ ਦੇਖਣਾ, ਤੇਰੇ ਦਰਸ਼ਨ ਕਰਨੇ, ਪਰ ਦੇਖਣੇ ਕਿਵੇਂ? ਗੁਰ ਵਿੱਚ ਦੇ। ਜਿਵੇਂ ਤੁਹਾਡੇ ਤੇ ਮੇਰੀਆਂ ਅੱਖਾਂ ਦੇ ਵਿੱਚ ਸ਼ੀਸ਼ਾ ਹੈ, ਮੈਂ ਸ਼ੀਸ਼ੇ ਦੇ ਵਿੱਚ ਦੀ ਤੁਹਾਨੂੰ ਦੇਖਦਾ ਹਾਂ। ਪ੍ਰਮਾਤਮਾ ਦੇ ਦੀਦਾਰ ਸਦਾ ਗੁਰ ਵਿੱਚ ਦੀ ਹੋਣਗੇ, ਬਿਨਾਂ ਗੁਰ ਵਿੱਚ ਦੀ ਪ੍ਰਮਾਤਮਾ ਦੇ ਦੀਦਾਰ ਨਹੀਂ ਹੋਣਗੇ। ਆ ਦੂਰ ਆਸਮਾਨ ਤੇ ਦੇਖਣਾ, ਤੇ ਕਿਹਦੇ ਵਿੱਚ ਦੀ ਦੇਖਾਂਗੇ? ਦੂਰਬੀਨ ਦੇ ਵਿੱਚ ਦੀ ਦੇਖਾਂਗੇ, ਸਿਤਾਰੇ ਕੋਲ ਨਜ਼ਰ ਆਉਣਗੇ। ਇਵੇਂ ਗੁਰੂ ਕੇ ਗਿਆਨ ਰੂਪੀ ਦੂਰਬੀਨ ਦੇ ਨਾਲ ਦੇਖਾਂਗੇ, ਪ੍ਰਮਾਤਮਾ ਹਾਜ਼ਰਾ ਹਜ਼ੂਰ ਤੇ ਜ਼ਾਹਰਾ ਜ਼ਾਹੂਰ ਨਜ਼ਰ ਹੁੰਦਾ। ਪਰ ਚੂੰਕਿ ਅਸੀਂ ਗੁਰੂ ਕੀ ਬਾਣੀ ਤੇ ਗੁਰੂ ਕੇ ਗਿਆਨ ਨੂੰ ਕਦੇ ਵਰਤਦੇ ਹੀ ਨਹੀਂ। ਕਹਿ ਲਗੇ ਇੱਕੋ ਬ੍ਰਹਮ ਹੈ, ਇਹ ਤੋਂ ਬਿਨਾਂ ਤੇ ਹੋਰ ਹੈ ਹੀ ਕੁਛ ਨਹੀਂ। ਹਾਂਜੀ, ਆਦ ਨਹੀਂ ਜੋ ਅੰਤ ਨਾ ਰਹੇ। ਜੋ ਆਦ ਨਹੀਂ, ਸੰਸਾਰ ਦੇ ਦੋ ਪੱਖ ਨੇ। ਆ ਜਿਤਨਾ ਵੀ ਦ੍ਰਿਸ਼ਟਮਾਨ ਪਸਾਰਾ ਹੈ, ਇਹਦਾ ਆਦ ਵੀ ਹੈ ਤੇ ਇਹਦਾ ਅੰਤ ਵੀ ਹੈ। ਤੇ ਜੋ ਅਦ੍ਰਿਸ਼ ਪਸਾਰਾ ਹੈ, ਨਾ ਉਹਦਾ ਆਦ ਹੈ ਤੇ ਨਾ ਕੋਈ ਅੰਤ ਹੈ। ਪਾਵਨ ਬਾਣੀ ਚ ਪੜ੍ਹਦੇ ਨਾ, ਆਦ ਪੂਰਨ, ਮਦ ਪੂਰਨ, ਅੰਤ ਪੂਰਨ। ਤਿੰਨ ਪਾਖ ਸਾਡੇ ਕੋਲ ਆਦ ਮਦ ਅੰਤ ਹੁੰਦਾ ਹੈ ਨਾ, ਤੇ ਪੂਰਨ ਹੈ। ਆਦ ਪੂਰਨ, ਅੰਤ ਮਦ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬਤ ਰਮਣ ਨਾਨਕ ਅਗਨਾਸ਼ਨ ਜਗਦੀਸ਼ਰ ਹੈ। ਸਦ ਸਦੀਵੀ ਹੈ। ਆ ਤੇ ਸੰਸਾਰ ਦਾ ਜੋ ਆਦ ਵਿੱਚ ਵੀ ਨਹੀਂ ਹੈ, ਜੋ ਅੰਤ ਵਿੱਚ ਵੀ ਨਹੀਂ ਹੈ, ਮਦ ਵਿੱਚ ਹੈ। ਬ੍ਰਹਮੰਡੀ ਪਸਾਰੇ ਦੇ ਵਿੱਚੋਂ ਦ੍ਰਿਸ਼ਟਮਾਨ ਪਸਾਰਾ ਨਾ ਆਦ ਵਿੱਚ ਹੈ ਨਾ ਅੰਤ ਵਿੱਚ ਹੈ, ਇਹ ਮਦ ਭਾਗ ਵਿੱਚ ਹੈ। ਹਾਂਜੀ, ਮਦ ਕੁਤੋ ਸਾਚੋ ਤਿਹ ਕਹੈ। ਮਦ ਕੁਤੋ, ਜੋ ਮਦ ਦੇ ਵਿੱਚ ਹੈ ਨਾ, ਅਸੀਂ ਇਸ ਨੂੰ ਸੱਚ ਕਹੀ ਜਾਂਦੇ ਆ, ਪਰ ਇਹ ਤੇ ਸੱਚ ਨਹੀਂ ਹੁੰਦਾ ਨਾ, ਕਿਉਂਕਿ ਦ੍ਰਿਸ਼ਟਮਾਨ ਹੈ। ਜਾਂ ਤੇ ਬ੍ਰਹਮ ਰੂਪ ਸਭ ਜਾਨ। ਤੇ ਜੇ ਗਿਆਨ ਦੇ ਨੇਤਰ ਨਾਲ ਵੇਖੇ ਤੇ ਉਹ ਆਪ ਹੀ ਆਦ ਹੈ, ਆਪ ਹੀ ਮਦ ਹੈ, ਤੇ ਆਪ ਹੀ ਅੰਤ, ਉਹੀ ਬ੍ਰਹਮ ਹੈ। ਉਸ ਸਰੂਪ ਨੂੰ ਸਮਝ ਕੇਵਲ ਜੋਗੀ ਨੂੰ ਨਹੀਂ ਕਹਿ ਰਹੇ, ਸਾਨੂੰ ਤੁਹਾਨੂੰ ਸਭ ਨੂੰ ਕਹਿ ਰਹੇ, ਕਿਉਂਕਿ ਦਰਅਸਲ ਉਹਨੂੰ ਕਿਹਾ ਜਾਂਦਾ ਹੁੰਦਾ ਹੈ ਜੋ ਸੁਣਦਾ ਹੋਵੇ। ਅੱਜ ਕੌਣ ਸੁਣਦਾ ਹੈ? ਅਸੀਂ, ਤੁਸੀਂ ਸੁਣਦੇ, ਮੈਂ ਸੁਣਦਾ। ਤੇ ਮੈਨੂੰ ਕਹਿ ਰਹੇ ਮਹਾਰਾਜ ਭਾਈ ਸਮਝ, ਕਰਤਾ ਪੁਰਖ ਹੀ ਆਦ ਅੰਤ ਮਦ ਪੂਰਨ ਹੈ, ਉਹੀ ਬ੍ਰਹਮ ਹੈ, ਉਸ ਨੂੰ ਸਮਝ ਲੈ। ਹਾਂਜੀ,
ਅਪਰਿਆਕਾਰ ਪਰਮ ਹੀ ਮਾਨ। ਤੇ ਬਾਕੀ ਤੋਂ ਬਿਨਾਂ ਜੇ ਕੋਈ ਹੋਰ ਗੱਲ ਹੈ ਤੇ ਭਾਈ ਉਹ ਭਰਮ ਹੈ। ਉਸ ਇੱਕ ਤੋਂ ਬਿਨਾਂ ਅਗਰ ਕੋਈ ਹੋਰ ਖਿਆਲ ਹੈ, ਉਸ ਇੱਕ ਦੇ ਗਿਆਨ ਤੋਂ ਬਿਨਾਂ ਅਗਰ ਕੋਈ ਹੋਰ ਵਿਚਾਰ ਹੈ, ਜਿਹਨੂੰ ਗੁਰਮਤਿ ਦਰਸ਼ਨ ਗੁਰਬਾਣੀ ਪੜ੍ਹਨ ਵਾਲੇ ਦੂਜਾ ਭਾਵ, ਦੂਜਾ ਵਿਚਾਰ, ਦੂਜਾ ਖਿਆਲ, ਦੂਜੇ ਸ਼ਬਦ ਨਾਲ ਜਾਣਿਆ ਜਾਂਦਾ। ਏਕਾ ਜਿੱਥੇ ਵੀ ਹੈ ਉਹ ਪਰਮੇਸ਼ਰ ਬ੍ਰਹਮ ਹੈ, ਪਰਮਾਤਮਾ ਹੈ। ਜਿੱਥੇ ਵੀ ਦੂਜਾ ਭਾਵ ਹੈ, ਦੂਜਾ ਪੱਖ ਹੈ, ਉਹ ਮਾਇਆ ਦਾ ਪੱਖ ਹੈ। ਉਹਦੀ ਗੱਲ ਇੱਥੇ ਕਦੇ ਵਿਆਖਿਆ ਨਹੀਂ ਹੁੰਦੀ। ਅਸੀਂ ਤੇ ਸਿਰਫ ਇੱਕ ਦੀ ਗੱਲ ਕਰਦੇ ਹਾਂ। ਅਪਰ ਰੀਤ ਹੈ ਰੋਹ ਤਿਸ ਕਰਨੀ। ਫਿਰ ਕਹਿਣ ਲੱਗੇ ਕਿਉਂਕਿ ਉਹਦੀਆਂ ਅੱਖਾਂ ਤੇ ਖੁੱਲੀਆਂ, ਜਿਵੇਂ ਅਸਾਂ ਜਿਉਂ-ਜਿਉਂ ਗਿਆਨ ਦੀਆਂ ਗੱਲਾਂ ਸੁਣਦੇ ਪੜ੍ਹਦੇ ਹਾਂ, ਸਾਡੇ ਤੇ ਅੱਖਾਂ ਖੁੱਲੀਆਂ। ਏਦਾਂ ਵੀ ਹੁੰਦਾ ਹੈ ਤੇ ਗਿਆਨ ਦੀਆਂ ਅੱਖਾਂ ਖੁੱਲੀਆਂ, ਏਦਾਂ ਵੀ ਹੁੰਦਾ ਹੈ। ਜੋਗੀ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ, ਮਹਾਰਾਜ ਏਦਾਂ ਮੈਂ ਤੇ ਸੀ ਕੁਝ ਹੋਰ ਬੈਠੇ ਸਾਂ। ਪਾਤਸ਼ਾਹ ਕਹਿਣ ਲੱਗੇ ਸੁਣ, ਤੈਨੂੰ ਇੱਕ ਹੋਰ ਰੀਤ ਨਾਲ ਸਮਝਾਉਂਦੇ ਹਾਂ। ਆਪ ਹੁਣ ਉਦਾਹਰਨ ਕਹੀ ਨੇ, ਐਗਜ਼ਾਮਪਲ ਕਹੀ ਨੇ, ਕਹਿ ਲਗੇ ਤੈਨੂੰ ਇੱਕ ਹੋਰ ਐਗਜ਼ਾਮਪਲ ਦੇਣੇ ਆ, ਤੈਨੂੰ ਇੱਕ ਹੋਰ ਉਦਾਹਰਨ ਦੇਣੇ ਆ। ਹਾਂਜੀ। ਜਬ ਹੀ ਬੀਜ ਬੀਜਿਓ ਧਰਣੀ। ਕਹਿਣ ਲੱਗੇ ਤੂੰ ਤੇ ਦੁਨੀਆ ਵੇਖੀ ਹੈ। ਕਹਿਣ ਲੱਗਾ ਜੀ ਹਾਂ, ਦੁਨੀਆ ਤੇ ਬੜੀ ਦੇਖੀ ਹੈ। ਹਾਂ, ਸਾਡੇ ਚ ਬਥੇ ਬਹੁਤ ਵੱਡੇ ਬਜ਼ੁਰਗ ਨੇ ਜਿਨ੍ਹਾਂ ਖੇਤੀਆਂ ਹੱਥੀਂ ਕੀਤੀਆਂ ਨੇ, ਫਸਲਾਂ ਬੀਜੀਆਂ ਨੇ, ਬਾਗਬਾਨੀਆਂ ਕੀਤੀਆਂ ਨੇ। ਬਹੁਤ ਸਾਰੇ ਨਵੀਂ ਜਨਰੇਸ਼ਨ ਦੇ ਭਾਵੇਂ ਉਹ ਕੰਮ ਨਾ ਕੀਤੇ ਹੋਣ, ਪਰ ਪੁਰਾਣੇ ਬਜ਼ੁਰਗ ਤੇ ਸਾਰੇ ਖੇਤੀ ਕਰਦੇ ਆਏ ਹੋ ਨਾ। ਬਹੁਤੇ ਸਾਡੇ ਚ ਉਹ ਨੇ ਜੋ ਖੇਤੀ ਕਰਦੇ ਆਏ ਨੇ। ਪਾਤਸ਼ਾਹ ਕਹਿਣ ਲੱਗੇ ਫਿਰ ਤੈਨੂੰ ਉਹੀ ਐਗਜ਼ਾਮਪਲ ਦੇ ਜੋ ਪਿੰਡਾਂ ਦੇਖਦੇ ਹੋ। ਕਹਿਣ ਲੱਗੇ ਬੀਜ ਕਦੇ ਬੀਜਿਆ? ਕਹਿਣ ਲੱਗੇ ਹਾਂ, ਬੜੀ ਵਾਰ ਫਸਲਾਂ ਵੇਖੀਆਂ ਨੇ, ਲੋਕਾਂ ਨੂੰ ਬਾਗਬਾਨੀ ਕਰਦਿਆਂ ਬੀਜ ਬੀਜਿਆਂ ਦੇਖਿਆ। ਕਹਿਣ ਲੱਗੇ ਦੇਖ ਫਿਰ, ਜਦੋਂ ਕੋਈ ਇੱਕ ਬੀਜ ਅਸੀਂ ਵੱਤਰ ਦੇ ਮੁਤਾਬਕ ਧਰਤੀ ਵਿੱਚ ਬੀਜ ਦਿੰਦੇ ਹਾਂ, ਅੰਕੁਰ ਹੋਏ ਪਾਤ ਦਰਸਾਵ ਹੈ। ਸਮਾਂ ਆਉਂਦਾ ਹੈ, ਕੁਝ ਸਮੇਂ ਬਾਅਦ, ਹਰ ਬੀਜ ਦਾ ਇੱਕ ਸਮਾਂ ਹੁੰਦਾ ਹੈ। ਸਮੇਂ ਦੇ ਬਾਅਦ ਉਹ ਅੰਕੁਰ ਫੁੱਟਦਾ ਹੈ, ਪਰ ਛੋਟੀ ਜੀ ਪਾਸਾ ਫੁੱਟਦਾ ਹੈ, ਅੰਕੁਰ ਨਿਕਲਦਾ ਹੈ। ਉਸ ਅੰਕੁਰ ਤੋਂ ਜੇ ਤੇ ਹੋਰ ਗਹਿਰਾ ਪਕੜਨਾ ਹੋਵੇ, ਬੀਜ ਬੀਜੀਦਾ ਹੈ, ਬੀਜ ਤੋਂ ਅੰਕੁਰ ਫੁੱਟਦਾ ਹੈ। ਅੰਕੁਰ ਤੋਂ ਦੋ ਧਾਰਾਵਾਂ ਬਣਦੀਆਂ ਨੇ, ਉਹਨਾਂ ਵਿੱਚੋਂ ਇੱਕ ਮੂਲ ਹੁੰਦਾ ਹੈ ਤੇ ਉਹਨਾਂ ਵਿੱਚ ਇੱਕ ਪਾਤ ਹੁੰਦਾ ਹੈ। ਇੱਕ ਜੜ ਵੱਲ ਬਣ ਜਾਂਦਾ ਹੈ ਤੇ ਇੱਕ ਬ੍ਰਿਸ਼ ਦਾ ਉਹ ਤਾਂ ਨੂੰ ਤੁਰ ਪੈਂਦੇ। ਕਹਿਣ ਲੱਗੇ ਸਭ ਤੋਂ ਪਹਿਲਾਂ ਅੰਕੁਰ ਹੁੰਦਾ ਹੈ, ਜੋ ਇੱਕ ਓੰਕਾਰ ਦਾ ਪੂਰਨ ਸਰੂਪ ਹੈ। ਅਸੀਂ ਗਿਆਨ ਖੇਤਰ 'ਚ ਪੜ੍ਹਦੇ ਨਾ, ਬੀਜਮਾਨ ਰੂਪ ਹੁੰਦਾ ਹੈ। ਆਪਾਂ ਕਦੇ ਕਦੇ ਪੜ੍ਹਦੇ ਹੋਗੇ ਸ਼ਾਇਦ, ਹਾਲਾਂਕਿ ਚਰਚਾ ਦੀ ਬਹੁਤ ਘੱਟ ਕੀਤੀ ਜਾਂਦੀ ਹੈ। ਪਰਮੇਸ਼ਵਰ ਜੀ ਦੇ ਨਾਮ ਦੇ ਉੱਤੇ ਹੀ ਬੀਜ ਮੰਤਰ ਦਾ ਚਰਚਾ ਚੱਲਦਾ ਹੈ। ਬੀਜ ਮੰਤਰ ਸਮਝ ਆਉਂਦਾ ਹੋਵੇ ਫਿਰ ਮੂਲ ਮੰਤਰ ਦਾ ਚਰਚਾ ਚੱਲਦਾ ਹੈ। ਮੂਲ ਮੰਤਰ ਸਮਝ ਆ ਜਾਏ ਤੇ ਫਿਰ ਬਾਕੀ ਗਿਆਨ, ਬਾਕੀ ਸਾਰਾ ਤੁਰ ਪੈਂਦਾ ਹੈ। ਤੇ ਜੇ ਬੀਜ ਹੈ ਤੇ ਮੂਲ ਹੋਏਗਾ, ਤੇ ਪਹਿਲਾਂ ਮੂਲ ਹੋਏਗਾ ਫਿਰ ਅੱਗੇ ਪਸਾਰਾ ਹੋਏਗਾ। ਕਹਿਣ ਲੱਗੇ ਜਦ ਆਪਾਂ ਬੀਜ ਬੀਜਦੇ ਆ, ਉਹ ਤੋਂ ਅੰਕੁਰ ਫੁੱਟਦਾ ਹੈ, ਉਹ ਅੰਕੁਰ ਤੋਂ ਮੂਲ ਚੱਲਦਾ ਹੈ, ਤੇ ਫਿਰ ਪਾਤ, ਫਿਰ ਦੋ ਪੱਤੇ ਆਰੰਭ ਹੋ ਜਾਂਦੇ ਨੇ। 2 ਤੋਂ 4 6 8 10 ਤੱਕ ਸਾਰਾ ਫਿਰ ਤੁਰ ਪੈਂਦਾ ਹੈ। ਸ਼ਾਖਾ ਅਨਕ ਫੂਲ ਬਿਗਸਾਵ ਹੈ। ਫਿਰ ਸਮਾਂ ਪਾ ਕੇ ਉਹ ਨਿੱਕੇ ਜਿਹੇ ਬੀਜ ਵਿੱਚੋਂ ਫੁੱਟਿਆ ਹੋਇਆ ਕੋਮਲ ਜਿਹਾ ਅੰਕੁਰ ਅਨੇਕਾਂ ਸ਼ਾਖਾਵਾਂ ਦਾ ਰੂਪ ਧਾਰਨ ਕਰ ਲੈਂਦਾ ਹੈ। ਅਨੇਕਾਂ ਪੱਤੇ ਲੱਗ ਜਾਂਦੇ ਨੇ ਤੇ ਉਹਨਾਂ ਪੱਤਿਆਂ ਦੇ ਸਦਕੇ ਫਿਰ ਬਹੁਤ ਵੱਡਾ ਰੁੱਖ ਬਣ ਜਾਂਦਾ ਹੈ। ਅੱਜ ਜਿੰਨਾ ਕਿਤੇ ਬੋੜ ਵਰਗੇ ਪਿੱਪਲ ਦੇ ਰੁੱਖ ਦੇਖੇ ਨੇ, ਨਿੱਕਾ ਜਿਹਾ ਬੀਜ ਜੋ ਰਾਈ ਕੋ ਜਿਤਨਾ ਹੈ, ਜਦੋਂ ਵਿਸਤਾਰ ਹੁੰਦਾ ਹੈ ਉਹਦਾ ਤੇ ਵਿਗਿਆਂ ਦੇ ਵਿੱਚ ਫੈਲਿਆ ਹੁੰਦਾ ਹੈ। ਕਹਿਣ ਲੱਗੇ ਇੱਕ ਬੀਜ ਸਮਾਂ ਪਾ ਕੇ ਪ੍ਰਸਫੁੱਟਿਤ ਹੋਇਆ, ਵੱਡਾ ਹੋਇਆ, ਬਹੁਤ ਵੱਡਾ ਵਿਸਤਾਰ ਹੋ ਗਿਆ। ਹਾਂਜੀ, ਸੋ ਇੱਕ ਬੀਜ ਬਹੁਤ ਵਿਧ ਪਇਓ। ਤੇ ਹੁਣ ਪੁੱਛੀ ਵੀ ਉਹ ਬੀਜ ਤੇ ਨਿੱਕਾ ਜਿਹਾ ਸੀ, ਇੰਨੇ ਪੱਤੇ ਕਿੱਥੋਂ ਆ ਗਏ? ਇੰਨੇ ਫੁੱਲ, ਇੰਨੀਆਂ ਟਾਹਣੀਆਂ, ਇੰਨੇ ਸੁੱਕੇ ਸੱਕ, ਤੇ ਪਤਾ ਨਹੀਂ ਕੀ ਕੁਛ ਹੈ। ਇੱਕ ਰੁੱਖ ਦੇ ਵਿੱਚ ਬਹੁਤ ਕੁਛ ਹੈ ਤੇ ਕਿੱਥੋਂ ਆਇਆ? ਆਖਰ ਉਸ ਇੱਕ ਨਿੱਕੇ ਜਿਹੇ ਬੀਜ ਤੋਂ ਤੁਰਦਾ ਚਲਾ ਗਿਆ। ਸਾਡਾ ਵੀ ਇਹੀ ਹਾਲਤ ਹੈ। ਰੰਚ ਕ੍ਰੇਤ ਖੇਤ ਤਨ ਨਿਰਮਿਤ ਦੁਰਲਭ ਦੇਹ ਸਵਾਰ ਧਰੀ। ਸਾਡੀ ਵੀ ਹਾਲਤ ਇਹੀ ਹੈ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਉਸ ਇੱਕ ਨਿੱਕੇ ਜਿਹੇ ਬੀਜ ਤੋਂ ਇਤਨਾ ਵੱਡਾ ਪਸਾਰਾ ਪਸਾਰ ਗਿਆ। ਸਾਰੇ ਰੂਪ ਰੰਗ ਜਿੰਨੇ ਦ੍ਰਿਸ਼ਟਮਾਨ ਨੇ ਉਹ ਇੱਕ ਨਿੱਕੇ ਜਿਹੇ ਬੀਜ ਤੋਂ ਨੇ। ਨਾਨਾ ਰੰਗ ਰੂਪ ਨਿਰਮਯੋ। ਨਾਨਾ ਅਨੇਕਾਂ ਪ੍ਰਕਾਰ ਦੇ, ਫਿਰ ਉਹਦੇ ਅਨੇਕਾਂ ਪ੍ਰਕਾਰ ਨੇ। ਭਾਵ ਟਾਹਣੀਆਂ ਦਾ ਕੋਈ ਹੋਰ ਰੰਗ ਹੈ, ਪੱਤਿਆਂ ਦਾ ਕੋਈ ਹੋਰ ਰੰਗ ਹੈ, ਉਹਦਾ ਕੋਈ ਹੋਰ ਸਵਾਦ ਹੈ, ਉਹਦੀ ਕੋਈ ਹੋਰ ਗੰਧ ਹੈ। ਫੁੱਲਾਂ ਦਾ ਕੋਈ ਹੋਰ ਰੰਗ ਹੈ, ਫਲਾਂ ਦਾ ਕੋਈ ਹੋਰ ਰੰਗ ਹੈ, ਪੱਕੀਆਂ ਦਾ, ਕੱਚਿਆਂ ਦਾ,
ਸਭ ਦਾ ਅਲੱਗ-ਅਲੱਗ ਰੰਗ, ਸਭ ਦਾ ਅਲੱਗ-ਅਲੱਗ ਸਵਾਦ ਤੇ ਸਭ ਦਾ ਅਲੱਗ-ਅਲੱਗ ਰੂਪ ਹੈ। ਇਹ ਸਭ ਸਾਰਾ ਪੈਸਾ ਦਾ ਗਿਆ। ਹਾਂਜੀ, ਫਲ ਲੱਗ ਕੈ ਪੁਨ ਪਾਕਨ ਹੋਵ। ਸਮਾਂ ਆਇਆ, ਉਸ ਨੂੰ ਪੱਤਿਆਂ ਤੋਂ ਫੁੱਲ ਖਿੜੇ, ਫੁੱਲਾਂ ਤੋਂ ਫਲ ਬਣੇ, ਫਲ ਪੱਕਣ ਲੱਗਾ। ਹੌਲੀ ਹੌਲੀ ਸਮਾਂ ਪਾ ਕੇ ਉਹ ਫਲ ਪੱਕ ਗਿਆ। ਬੀਜ ਇਕਾਕੀ ਬਾਕੀ ਜੋ। ਫਿਰ ਉਸ ਪੱਕੇ ਹੋਏ ਫਲ ਨੂੰ ਕਿਸੇ ਤੋੜ ਕੇ ਨਿਚੋੜ ਕੇ ਦੇਖਿਆ, ਉਹਦੇ ਫਿਰ ਉਹੀ ਬੀਜ ਬੈਠਾ ਹੋਇਆ ਸੀ ਜੋ ਬੀਜ ਧਰਤੀ 'ਚ ਬੀਜਿਆ ਸੀ। ਇੰਨੇ ਵੱਡੇ ਪਸਾਰੇ ਦੇ ਵਿੱਚੋਂ ਇੰਨੇ ਵੱਡੇ ਟਰੈਵਲ ਕਰਦਾ ਹੋਇਆ ਉਹ ਬੀਜ ਫਿਰ ਪੱਕੇ ਹੋਏ ਫਲ ਦੇ ਵਿੱਚ ਆਪਣੇ ਆਪ ਨੂੰ ਛੁਪਾ ਕੇ ਬੈਠਾ ਹੋਇਆ ਸੀ। ਇਹੀ ਤੇ ਬ੍ਰਹਮੰਡੀ ਪਸਾਰਾ ਹੈ। ਕਰਤੇ ਨੇ ਵੀ ਤੇ ਆਪਣੇ ਆਪ ਨੂੰ ਇਸੇ ਤਰ੍ਹਾਂ ਫੈਲਾ ਲਿਆ। ਆ ਕਿਸੇ ਹਿਰਦੇ ਦੇ ਅੰਦਰ ਝਾਤ ਪਾ ਕੇ ਦੇਖਣਾ, ਹਰ ਹਿਰਦੇ ਦੇ ਵਿੱਚ ਉਹ ਛੁਪ ਕੇ ਬੀਜ ਦੀ ਨਿਆਈ ਬੈਠਾ ਹੋਇਆ। ਜਿਵੇਂ ਇੱਕ ਬੀਜ ਤੋਂ 1000 ਫਲ ਲੱਗ ਗਿਆ, 1000 ਫਲ ਨੂੰ ਦੇਖੋਗੇ, 1000 ਫਲ ਦੇ ਵਿੱਚ ਫਿਰ ਉਹ ਬੀਜ ਹੈ। ਫਿਰ ਉਸ ਬੀਜ ਵਿੱਚ ਉਹੀ ਕਲਾ ਤਾਕਤ ਹੈ। ਤੇ ਕਰਤੇ ਤੋਂ ਏਕ ਤੋਂ ਅਨੇਕਾਂ ਰੂਪ ਹੋਏ। ਅਸੀਂ ਪਤਾ ਨਹੀਂ ਕਿਤਨੇ ਕੋਈ ਕਰੋੜਾਂ ਹਾਂ। ਕਿਸੇ ਹਿਰਦੇ ਨੂੰ ਟਟੋਲ ਕੇ ਦੇਖਣਾ, ਹਰ ਹਿਰਦੇ ਦੇ ਵਿੱਚ ਉਹਦਾ ਆਪਣਾ ਅੰਸ਼ ਤੇ ਉਹ ਅੰਸ਼ ਪੂਰਨ ਹੁੰਦਾ ਹੈ। ਹਰ ਹਿਰਦੇ ਵਿੱਚ ਉਹ ਹੈ ਨਾ, ਕਹਿਣ ਲੱਗੇ ਜਿਵੇਂ ਉਸ ਪੱਕੇ ਹੋਏ ਫਲ ਦੇ ਵਿੱਚ ਫਿਰ ਉਹ ਬੀਜ ਹੀ ਨਜ਼ਰ ਆਇਆ। ਹਾਂਜੀ, ਪ੍ਰਥਮ ਪਿਸ਼ਾਰੀ ਬੀਜ ਹਰਿਓ। ਤੇ ਪਹਿਲਾਂ ਵੀ ਜਦ ਅਸੀਂ ਬੀਜਿਆ ਸੀ ਤਦ ਵੀ ਬੀਜ, ਤੇ ਪੱਕਾ ਫਲ ਨਿਚੋੜਿਆ ਤੇ ਫਿਰ ਵੀ ਬੀਜ। ਪਹਿਲਾਂ ਵੀ ਬੀਜ ਤੇ ਸਾਂਭਿਆ ਬੀਜਣਾ। ਖੇਤੀ ਕੀ ਤੈਨੂੰ ਪਤਾ ਹੈ, ਅਸੀਂ ਮਣਕ ਦਾਣੇ ਸਾਂਭ ਕੇ ਘੜੇ 'ਚ ਪਾ ਕੇ ਰੱਖੇ ਹੁੰਦੇ ਨੇ। ਉਸ ਨੂੰ ਅਸੀਂ ਬੀਜ ਆਉਂਦੇ ਹਾਂ। ਬੀਜਣ ਤੋਂ ਬਾਅਦ ਭਰੀਆਂ ਦੇ ਭਰੀਆਂ ਕਣਕਾਂ, ਤੂੜੀਆਂ ਢੇਰ, ਤੇ ਫਿਰ ਅਸੀਂ ਅਗਲੇ ਸਾਲ ਕੀ ਕਰਦੇ ਹਾਂ, ਮਣਕ ਦਾਣੇ ਫਿਰ ਸਾਂਭ ਲੈਂਦੇ ਹਾਂ। ਬਾਕੀ ਵਰਤੇ ਗਏ, ਖਾਧੇ ਗਏ, ਪਿਸ ਗਏ, ਕਿੱਧਰੋਂ ਆਏ ਤੇ ਕਿੱਧਰ ਗਏ। ਉਹ ਮਣਕ ਦਾਣੇ ਸਾਂਭੇ ਸਨ, ਫਿਰ ਮਣਕ ਦਾਣੇ ਫਿਰ ਸਾਂਭ ਲਏ। ਉਹ ਇਹ ਪਹਿਲਾਂ ਵੀ ਇੱਕ ਬੀਜ ਹੀ ਸੀ ਤੇ ਬਾਅਦ ਵਿੱਚ ਵੀ ਇੱਕ ਬੀਜ ਹੀ ਹੈ, ਵਿੱਚ ਬਾਕੀ ਸਾਰਾ ਪਸਾਰਾ ਹੈ। ਹਾਂਜੀ, ਮੱਧ ਕਾਲ ਜਗ ਕੇ ਸਮ ਲਹਿਓ। ਕਹਿੰਦੇ ਕਿ ਹੁਣ ਸਮਝ ਇਸ ਨੂੰ, ਜਿਵੇਂ ਆਰੰਭ ਵਿੱਚ ਬੀਜ ਤੇ ਅੰਤ ਵਿੱਚ ਬੀਜ, ਵਿਚਕਾਰ ਉਹਦਾ ਪਸਾਰਾ ਹੈ। ਟਾਹਣੀਆਂ, ਫੁੱਲ, ਪੱਤੇ, ਰੰਗਾ ਰੰਗ, ਕਿਤੇ ਕਿਤੇ ਵਿਰੋਧਾਭਾਸ ਹੁੰਦਾ ਹੈ। ਅਸੀਂ ਕੋਈ ਰੰਗ ਸੋਚੀ ਬੈਠੇ ਹਾਂ, ਉੱਥੇ ਕੋਈ ਨਿਕਲ ਆਉਂਦਾ ਹੈ। ਕਹਿਣ ਕਿ ਇਸੇ ਤਰ੍ਹਾਂ ਆ ਵਿਚਕਾਰ ਜੋ ਹੈ ਨਾ, ਇਹ ਜਗਤ ਹੈ। ਸਾਰਾ ਪਸਾਰਾ ਜਗਤ ਦਾ ਪਸਾਰਿਆ। ਆਰੰਭ ਵਿੱਚ ਆਪ ਹੈ, ਸੰਪੂਰਨਤਾ ਤੇ ਆਪ ਹੈ, ਬੀਜ ਦੀ ਨਿਆਈ। ਵਿਚਕਾਰ ਬ੍ਰਹਮੰਡੀ ਪਸਾਰਾ ਹੈ। ਇਸ ਨੂੰ ਬ੍ਰਹਮੰਡੀ ਰਚਨਾ ਕਹਿੰਦੇ ਨੇ। ਜੋ ਸਾਨੂੰ ਵੇਖਣ ਤੇ ਵਿਰੋਧਭਾਸ ਲੱਗਦਾ ਹੈ, ਪਰ ਸਾਰਾ ਹੀ ਪੰਜਾਂ ਤੱਤਾਂ ਦਾ ਪਸਾਰਾ ਹੈ। ਸਾਰਾ ਦਾ ਆਪਣਾ ਹੀ ਪਸਾਰਾ ਹੈ, ਕਿਉਂਕਿ ਆਦ ਅੰਤ ਇੱਕ ਹੈ, ਅਵਤਾਰਾ ਹੈ। ਉਹ ਆਦ ਵਿੱਚ ਵੀ ਉਹ ਆਪ ਹੈ ਤੇ ਅੰਤ ਵਿੱਚ ਵੀ ਆਪ ਹੀ ਆਪ ਹੈ। ਹਾਂਜੀ, ਏਕ ਬ੍ਰਹਮ ਬਹੁ ਬਿਦ ਲਖ ਜਾਤ। ਉਹ ਇੱਕੋ ਹੀ ਬ੍ਰਹਮ ਹੈ, ਬੀਜ ਰੂਪ ਹੋ ਕੇ ਸਾਰੇ ਬ੍ਰਹਮੰਡੀ ਪਸਾਰ ਨੂੰ ਪਸਾਰਦਾ ਹੈ। ਕੋਈ ਕੋਈ ਬੀਜ ਅਹਮ ਬ੍ਰਹਮ। ਹਾਂਜੀ, ਜੋਗੀ ਸੁਣੋ ਔਰ ਦ੍ਰਿਸ਼ਟਾਂਤ। ਫਿਰ ਕਹਿਣ ਲੱਗੇ ਜੋਗੀ ਗੱਲ ਸੁਣ, ਜੇ ਸਮਝ ਕੁਝ ਆਇਆ ਤੇ ਠੀਕ, ਨਹੀਂ ਤੇ ਚੱਲ ਇੱਕ ਹੋਰ ਸਹੀ, ਤੈਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੰਦੇ ਹਾਂ। ਲੱਖੋਂ ਘਟ ਮੈਂ ਗਗਨ ਰਹੇ ਇੱਕ। ਫਿਰ ਕਹਿਣ ਲੱਗੇ ਤੁਸੀਂ ਤੇ ਆਸ਼ਰਮਾਂ 'ਚ ਰਹੇ ਹੋਗੇ, ਵੱਡਿਆਂ ਵੱਡਿਆਂ ਡੇਰਿਆਂ 'ਚ ਵਿਚਰੇ ਹੋਗੇ, ਤੁਸਾਂ ਦੇਖਿਆ ਹੋਣਾ ਹੈ। ਉਦੋਂ ਡੇਰਿਆਂ 'ਚ, ਆਸ਼ਰਮਾਂ 'ਚ ਪਾਣੀ ਭਰ ਕੇ ਰੱਖਣ ਦਾ ਇੱਕੋ ਇੱਕ ਸਾਧਨ ਹੈ, ਘੜੇ। ਹੁਣ ਤੇ ਸਾਡੇ ਕੋਲ ਟੈਂਕ ਤੇ ਹੋਰ ਕਈ ਕੁ ਸਟੋਰੇਜ ਨੇ, ਜਿਨ੍ਹਾਂ ਅੱਜ ਤੋਂ ਪੁਰਾਣੇ ਸਰੂਪ ਦੇਖੇ ਨੇ। ਜਦੋਂ ਇਹ ਟੈਂਕ ਸਟੋਰੇਜ ਸਾਡੇ ਕੋਲ ਨਹੀਂ ਸੀ ਹੁੰਦੇ, ਇੱਕੋ ਇੱਕ ਸਾਧਨ ਆਉਂਦਾ ਸੀ, ਭਾਈ ਵੱਡੇ ਤੋਂ ਵੱਡਾ ਭਾਈ ਮੱਟ ਭਰ ਕੇ ਰੱਖ ਲਓ, ਪਾਣੀ ਦਾ ਭਰ ਲਓ। ਤੇ ਕੀ ਹੈ, ਮੱਟ ਕੜਾਈ ਭਰ ਲਾਂਗੇ ਨਾ, ਹੋਰ ਕੀ ਲਿਆਵਾਂਗੇ। ਮਸ਼ਕ ਭਰ ਲਏਗੀ, ਮੱਟ ਭਰ ਲਿਆ, ਸਾਹਮਣਾ ਘਰ 'ਚ ਕੜਾਈ। ਕਹਿਣ ਲੱਗੇ ਇੱਕ ਥਾਂ ਤੇ ਕਿਤੇ ਬਹੁਤ ਸਾਰੇ ਘੜੇ ਰੱਖੇ ਹੋਣ ਤੇ ਸਾਰਿਆਂ ਘੜਿਆਂ ਦੇ ਵਿੱਚ ਫਿਰ ਇੱਕ ਆਕਾਸ਼ ਦਾ ਸਰੂਪ ਝਲਕਦਾ ਹੈ ਨਾ। ਅੱਜ ਵੀ ਕਿਤੇ ਅਸੀਂ ਦੇਖੀਏ, ਪਾਣੀ ਘੜੇ 'ਚ ਹੋਵੇ, ਚੱਪਣੀ ਲਾ ਕੇ ਘੜੇ ਝਾਕਾਂਗੇ, ਸਥਿਰ ਟਿਕੇ ਹੋਏ ਘੜੇ ਦੇ ਵਿੱਚ ਆਕਾਸ਼ ਨਜ਼ਰ ਆਏਗਾ। ਕਹਿਣ ਲੱਗੇ ਜਿਵੇਂ ਬਹੁਤ ਸਾਰੇ ਘੜਿਆਂ ਦੇ ਵਿੱਚ ਆਕਾਸ਼ ਹੁੰਦਾ ਹੈ ਨਾ। ਰਹੇ ਅਲੇਪ ਲੇਪ ਜਿਸ ਕੋ ਨ ਹੈ। ਉਹ ਹੁਣ ਆਕਾਸ਼ ਅਸੀਂ ਤਾਂ ਨੂੰ ਦੇਖਦੇ ਹਾਂ, ਆਕਾਸ਼ ਹੈ। ਘੜੇ ਵਿੱਚ ਦੇਖਿਆ, ਉਹੀ ਬੱਦਲ ਦੀ ਟੁਕੜੀ ਘੜੇ 'ਚ ਨਜ਼ਰ ਆਉਂਦੀ ਹੈ, ਉਹੀ ਚੰਦ ਸਾਨੂੰ ਘੜੇ 'ਚ ਨਜ਼ਰ ਆਉਂਦਾ ਹੈ, ਉਹੀ ਸੂਰਜ ਘੜੇ 'ਚ ਨਜ਼ਰ ਆਉਂਦਾ ਹੈ। ਕੀ ਕਿਉਂ ਘੜੇ 'ਚ ਬੰਦ ਹੋ ਗਿਆ? ਨਹੀਂ, ਉਹ ਘੜੇ 'ਚ ਨਜ਼ਰ ਆਉਂਦਾ ਹੈ। ਇੱਕ 'ਚ ਨਹੀਂ, ਹਜ਼ਾਰਾਂ ਵਿੱਚ ਨਜ਼ਰ ਆਉਂਦਾ ਹੈ।
जिन्ने भी घड़े होणगे ना वो उन्नियां च ही नजर आएगा। सच है ना, आ जितने भी चित्त रूपी घड़े ने ना, फिलासफी दे विच साडे चित्त नूं भी घट किया जाता है, गुरबाणी विच चित्त नूं घट किया गया है। बस इहदी अज्ञानता दी चपणी ला के देखना, इहदे विच घट विच उही आकाश नजर आएगा, उही करता पुरख नजर आएगा। बस फर्क की है, इस चित्त रूपी घट विच बैठा है, कहने लगे जिवें हजारां घड़ियां दे विच वो एक आकाश है, इक्को ही है, पर सारियां दे विच रहिंदा होया भी सारियां घड़ियां तो निर्लेप है। वो घड़ियां दे बंधन विच, घड़ियां दे आकार विच, घड़ियां दी मिट्टी दे रंग ढंग दे विच, चपड़ियां विच ढकिया लुकिया नहीं है, वो निर्लेप है। सिर्फ सानू भासदा है कि घड़े दे विच आकाश है, नहीं, आकाश ते आकाश ही है, पर घड़े च है, पर भासदा है, पर निर्लेप है। हाँ जी, जब ही फूट जाहे घाट सारे, ते किते को कारण बन जाए सारे घड़े फुट जान, कोई ऐसा भाना वरत जाए यकदम घड़े टुट जान, ते कि घड़ियां दे विच 100 चंद्रमा किधर जाएगा? ਅਸੀਂ ਤੇ ਕਵਾਂਗੇ ਨਾ ਘੜੇ 'ਚ ਪਾਣੀ ਤੇ ਅਸੀਂ ਵੇਖਿਆ ਇਹ 'ਚ ਚੰਦਰਮਾ ਹੈਗਾ ਹੈ, ਇਹ 'ਚ ਆਕਾਸ਼ ਦੀ ਛੋਟੀ ਜਿਹੀ ਬਦਲੀ ਵਿੱਚ ਹੈਗੀ ਆ। ਹੁਣ ਘੜਾ ਟੁੱਟ ਗਿਆ, ਉਹ ਚੰਦਰਮਾ, ਬਦਲੀ, ਆਕਾਸ਼ ਨਭ ਕਿਧਰ ਗਿਆ? ਕਿਉਂਕਿ ਇਹਦੇ ਵਿੱਚ ਭਾਸਦਾ ਸੀ, ਉਹ ਨਿਰਲੇਪ ਹੈ, ਉਹ ਆਪ ਹੀ ਆਪ ਹੈ। ਕਹਿਣ ਲੱਗੇ ਇਵੇਂ ਜਦੋਂ ਮਨੁੱਖੀ ਹਿਰਦਾ ਬਣਦਾ ਹੈ, ਮਿਟਦਾ ਹੈ, ਉਹ ਤਦ ਵੀ ਹੁੰਦਾ ਹੈ। ਘੜੇ ਫੁੱਟ ਜਾਣਗੇ, ਆਕਾਸ਼ ਤਦ ਵੀ ਰਹੇਗਾ। ਘੜੇ ਬਣੇ ਹੋਣਗੇ, ਆਕਾਸ਼ ਤਦ ਵੀ ਹੋਏਗਾ। ਘੜੇ ਨਹੀਂ ਹੋਣਗੇ, ਆਕਾਸ਼ ਤਦ ਵੀ ਹੋਏਗਾ, ਤੇ ਹਰ ਘੜੇ 'ਚ ਨਜ਼ਰ ਵੀ ਆਏਗਾ। ਇਸੇ ਤਰ੍ਹਾਂ ਪ੍ਰਮਾਤਮਾ, ਅਸੀਂ ਤੁਸੀਂ ਨਹੀਂ ਹਾਂ, ਪ੍ਰਮਾਤਮਾ ਹੈ, ਅਸੀਂ ਤੁਸੀਂ ਬਣ ਗਏ। ਪ੍ਰਮਾਤਮਾ ਸਾਡੇ ਹਿਰਦਿਆਂ 'ਚ ਹੁਣ ਕਿਹਨਾਂ ਦੇ ਨਜ਼ਰ ਆਉਂਦਾ ਹੈ, ਕਿਹਨਾਂ ਦੇ? ਅਸੀਂ ਉਹੀ ਯਤਨ ਕਰਦੇ ਹਾਂ ਕਿ ਸਾਡੇ ਹਿਰਦੇ 'ਚ ਵੀ ਪ੍ਰਮਾਤਮਾ ਦਾ ਅਕਸ ਨਜ਼ਰ ਆ ਜਾਏ। ਸੰਤ ਨੂੰ ਨਜ਼ਰ ਆਉਣ ਲੱਗ ਪੈਂਦਾ ਹੈ ਤਾਂ ਸਰੀਰ ਫੁੱਟਦਾ ਹੈ, ਉਹ ਸਦਾ ਪ੍ਰਮਾਤਮਾ ਰਹਿੰਦਾ ਹੈ, ਉਸੇ ਤਰ੍ਹਾਂ ਰਹਿੰਦਾ ਹੈ ਜਿਵੇਂ ਸਦੀ ਵੀ ਹੈ ਸੀ। ਹਾਂਜੀ, ਸੋ ਨਭ ਏਕ ਹੀ ਪਰਹਿ ਨਿਹਾਰੇ, ਤੇ ਜਰਾ ਕੁ ਫਿਰ ਧਿਆਨ ਉੱਚਾ ਕਰਕੇ ਦੇਖ, ਜਿਹੜਾ ਤੈਨੂੰ ਘਟੇ 'ਚ ਨਜ਼ਰ ਆਉਂਦਾ ਸੀ ਉਹ ਆਕਾਸ਼ ਸਥਿਰਤਾ ਸਦੀ ਵੀ ਹੈ, ਘੜਿਆਂ ਦੇ ਵਿੱਚ ਵੀ ਹੈ, ਘੜਿਆਂ ਦਾ ਮੁਤਾਜ ਨਹੀਂ ਹੈ, ਕਿਉਂਕਿ ਉਹ ਬ੍ਰਹਮੰਡੀ ਪਸਾਰਾ ਹੈ, ਉਹ ਹੈ, ਉਹ ਸਦੀ ਵੀ ਹੈ। ਹਾਂਜੀ, ਘਾਟ ਲੈ ਗਮਨ ਹੈ ਇਤੇ ਉਤਮਾ ਹੈ। ਤੇ ਜੇ ਕਿਤੇ ਘੜਾ ਲੈ ਕੇ ਕੋਈ ਮੇਰੇ ਵਰਗਾ ਤੁਰ ਪਵੇ ਵੀ ਦੇਖੋ ਜੀ ਮੇਰੇ ਘੜੇ 'ਚ ਚੰਦਰਮਾ ਹੈ ਤੇ ਮੈਂ ਢੱਕ ਲਿਆ, ਤੇ ਢੱਕ ਕੇ ਮੈਂ 4 ਮੀਲ ਇੱਧਰ ਲੈ ਜਾ ਵੀ ਨਾ 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 ਇਹ ਚੰਦਰਮਾ ਇਹਨਾਂ ਗੁਆਂਢੀਆਂ ਦਾ ਨਾ ਚਾਹੀਦਾ, ਮੈਂ ਤੇ ਲੈ ਜਾਵਾਂ, ਤੇ ਜਿੱਥੇ ਮਰਜ਼ੀ ਲੈ ਜਾ, ਜਿੱਥੇ ਜਾ ਕੇ ਦੇਖੇਗਾ ਉੱਥੇ ਫਿਰ ਨਜ਼ਰ ਆ ਜਾਏਗਾ, ਉਹਦੇ ਘੜੇ 'ਚ ਫਿਰ ਉੱਥੇ ਹੀ ਨਜ਼ਰ ਹੋਣਾ ਹੈ। ਜੇ ਘੜਾ ਲੈ ਕੇ ਇੱਧਰ ਉੱਧਰ ਕੋਈ ਤੁਰਿਆ ਵੀ ਫਿਰੇ ਨਾ, ਨਾ ਬਰਸ ਏਕ ਨਾ ਆਵਹਿ ਜਾਹੈ, ਤੇ ਘੜ ਆਕਾਸ਼ ਸਥਿਰ ਹੈ, ਘੜਾ ਤੁਰਿਆ ਫਿਰਦਾ ਏ, ਘੜੇ ਨੂੰ ਲੈ ਕੇ ਮਨੁੱਖ ਨੱਠਾ ਭੱਜਾ ਫਿਰਦਾ ਏ। ਆਕਾਸ਼ ਕਿਤੇ ਨਹੀਂ ਜਾਂਦਾ, ਉਹ ਚੰਦਰਮਾ ਕਿਤੇ ਨਹੀਂ ਜਾਂਦਾ। ਅਸੀਂ ਪੜ੍ਹਦੇ ਨਾ, ਸਹਿਸ ਘਟਾ ਮੈਂ ਏਕ ਆਕਾਸ਼, ਘਟ ਫੂਟੇ ਘੜੇ ਫੁੱਟ ਗਏ, ਫਿਰ ਉਹ ਏਕ ਆਕਾਸ਼ ਹੈ। ਘੜੇ ਤੁਰੇ ਫਿਰਦੇ ਲੈ ਕੇ ਅਸੀਂ, ਪ੍ਰਮਾਤਮਾ ਕਿਤੇ ਨਾ ਜਾਂਦਾ ਜੇ, ਨਾ ਕਿਤੇ ਪ੍ਰਮਾਤਮਾ ਆਉਂਦਾ ਜੇ। ਇਹ ਸਾਨੂੰ ਹੌਲੀ ਹੌਲੀ ਬਾਣੀ ਪੜ੍ਹਨ ਵਾਲੇ ਨੂੰ ਸਮਝ ਆ ਜਾਏ। ਅਕਾਲ ਪੁਰਖ ਵਾਹਿਗੁਰੂ, ਉਹਨਾਂ ਨੇ ਨਾ ਕਿਤੇ ਜਾਣਾ ਹੈ, ਉਹਨੇ ਨਾ ਕਿਤੇ ਆਉਣਾ ਹੈ, ਅਸਾਂ ਹੀ ਜਾਣਾ ਹੈ ਤੇ ਅਸਾਂ ਹੀ ਆਉਣਾ ਹੈ। ਅਸੀਂ ਜਿੱਥੇ ਪਹੁੰਚਾਂਗੇ, ਕਿਤੇ ਵੀ ਪਹੁੰਚੀ ਦੁਨੀਆ ਦੇ ਕਿਸੇ ਕੋਨੇ 'ਚ, ਉੱਥੇ ਅਕਾਲ ਪੁਰਖ ਹੈ। ਅਸੀਂ ਪੜ੍ਹਦੇ ਨਾ, ਪਾਠ ਕਰਨ ਤੇ ਪੜ੍ਹਦੇ ਹੋ, ਠਾਕੁਰ ਜਾਂ ਸਿਮਰਾਂ ਤੂੰ ਤਾਂ ਹੀ। ਜਿੱਥੇ ਵੀ ਕੋਈ ਬੈਠ ਕੇ ਸਿਮਰਨ ਕਰਦਾ, ਯਾਦ ਕਰਦਾ ਹੈ, ਉਹ ਤੇ ਉੱਥੇ ਹੀ ਹੈ। ਸਾਨੂੰ ਤੇ ਭਰੋਸਾ ਇੰਨਾ ਦ੍ਰਿੜ ਹੋਣਾ ਚਾਹੀਦਾ ਹੈ ਕਿ ਅਸੀਂ ਤੇ ਕਦੇ ਇਕੱਲੇ ਹੁੰਦੇ ਹੀ ਨਹੀਂ। ਸਾਨੂੰ ਤੇ ਦੱਸਿਆ ਗਿਆ ਹੈ, ਜਹ ਜਾਈਏ ਤਹਾਂ ਸੁਹੇਲੇ, ਪਰ ਕਿਸ ਤਰ੍ਹਾਂ? ਗੁਰ ਮੇਰੀ ਸੰਗ ਸਦਾ ਹੈ ਨਾਲੇ, ਕਿਉਂਕਿ ਗੁਰੂ ਪਾਤਸ਼ਾਹ ਨੇ ਅਕਾਲ ਪੁਰਖ ਸਰੂਪ ਨਾ ਉਹਨਾਂ ਕਿਤੇ ਜਾਣਾ ਹੈ, ਨਾ ਉਹਨਾਂ ਕਿਤੇ ਆਉਣਾ ਹੈ, ਬਸ ਉਹਨੇ ਤੇ ਪ੍ਰਗਟ ਹੋਣਾ ਹੈ। ਗਿਆਨੀ ਵੀ ਇਹ ਮੰਨਦੇ, ਜੋ ਬਹੁਤ ਸੂਖਸ਼ਮ ਗਿਆਨੀ ਨੇ, ਮੰਨਦੇ ਨੇ ਪ੍ਰਮਾਤਮਾ ਨਾ ਕਿਤੇ ਆਉਂਦਾ ਹੈ, ਨਾ ਕਿਤੇ ਪ੍ਰਮਾਤਮਾ ਜਾਂਦਾ ਹੈ, ਬਸ ਸਿੱਖ ਦਾ ਹਿਰਦਾ ਉਜਲਾ ਹੋਣ ਦੀ ਦੇਰ ਹੈ, ਉਹ ਪ੍ਰਗਟ ਹੋ ਜਾਂਦਾ ਹੈ। ਮੈਲ ਭਰੇ ਹਿਰਦੇ 'ਚ ਕੁਛ ਵੀ ਨਹੀਂ ਪ੍ਰਗਟ ਹੋ ਰਿਹਾ, ਪਰ ਫਿਰ ਵੀ ਹੈ, ਚਿੱਤ ਸ਼ੁੱਧ ਹੋ ਗਿਆ, ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ। ਹਰ ਹਿਰਦੇ 'ਚ ਹਰ ਥਾਂ ਹੁੰਦਾ। ਕਹਿਣ ਲੱਗੇ ਉਹ ਤਾਂ ਇੱਕ ਰਸ ਹੈ। ਘੜੇ ਬਣਦੇ ਰਹਿੰਦੇ ਨੇ, ਘੜੇ ਫੁੱਟਦੇ ਰਹਿੰਦੇ ਨੇ।
ਸਰੀਰ ਬਣਦੇ ਰਹਿੰਦੇ ਨੇ, ਸਰੀਰ ਫੁੱਟਦੇ ਰਹਿੰਦੇ ਨੇ, ਦ੍ਰਿਸ਼ਟਮਾਨ ਪਸਾਰੇ ਪਸਰਦੇ ਰਹਿੰਦੇ ਨੇ। ਹਰਨ ਭਰਨ ਜਾ ਕਾ ਨੇਤਰ ਫੋਰ, ਇਹ ਪਲਕ ਝਪਕਦਿਆਂ ਬੜਾ ਕੁਝ ਬਣਦਾ ਰਹਿੰਦਾ ਹੈ, ਬੜਾ ਕੁਝ ਵਿਸਾ ਰਹਿੰਦਾ ਹੈ। ਉਹ ਇੱਕ ਸਮਾਨ ਸਦਾ ਏਕ ਅੰਕਾਰ ਰਹਿੰਦਾ ਹੈ। ਇਸੇ ਕਰਕੇ ਆਪਾਂ ਠਹਿਰ ਕੇ ਕਦੇ ਕਦੇ ਪੜ੍ਹ ਲਈਏ, ਤੂੰ ਸਦਾ ਸਲਾਮਤ। ਆਪਾਂ ਕਹਿੰਦੇ ਨਾ, ਤੂੰ ਸਦਾ ਸਲਾਮਤ ਨਿਰੰਕਾਰ, ਤੇਰਾ ਕੋਈ ਆਕਾਰ ਨਹੀਂ, ਤੂੰ ਸਦੀ ਵੀ ਸਲਾਮਤ ਹੈ। ਹਾਂਜੀ, ਜੋ ਹੋਵਹਿ ਪੂਰਨ ਸਭ ਥਾਨ। ਦਰਅਸਲ ਉਹ ਕੀ ਹੈ? ਤੋ ਸਭ ਥਾਂ ਤੇ ਪੂਰਨ ਹੈ, ਹਰ ਵਕਤ ਪੂਰਨ ਹੈ। ਹਾਂਜੀ, ਤਿਸ ਕੋ ਬਨ ਹੈ ਨਾ ਆਵਣ ਜਾਣ। ਉਹਨਾਂ ਕਿਤੇ ਆਉਣਾ ਤੇ ਜਾਣਾ ਨਹੀਂ ਬਣਦਾ। ਭਾਵ ਉਹ ਕਿਤੇ ਆਉਂਦਾ ਨਹੀਂ, ਉਹ ਕਿਤੇ ਜਾਂਦਾ ਨਹੀਂ, ਉਹ ਹੈ। ਆਪਾਂ ਪੜ੍ਹਦੇ ਪਾਠ ਕਰਨ ਵਾਲੇ, ਹੈ ਤੂੰ, ਹੈ ਤੂੰ ਹੋਵਨਹਾਰ, ਤੂੰ ਹਰ ਥਾਂ ਤੇ ਹੈ। ਤਥਾ ਬ੍ਰਹਮ ਇਕ ਰਸਾ ਮਾਹੇ। ਇਸੇ ਤਰ੍ਹਾਂ ਜਿਵੇਂ ਆਕਾਸ਼ ਕਿਤੇ ਜਾਂਦਾ ਨਹੀਂ, ਆਕਾਸ਼ ਕਿਤੇ ਆਉਂਦਾ ਨਹੀਂ, ਇਵੇਂ ਹੀ ਬ੍ਰਹਮ ਸਰੂਪ ਕਰਤਾ ਪੁਰਖ ਜੀ ਵੀ ਕਿਤੇ ਜਾਂਦੇ ਨਹੀਂ, ਕਿਤੇ ਆਉਂਦੇ ਨਹੀਂ, ਉਹ ਹੁੰਦੇ ਨੇ। ਹਾਂਜੀ, ਸਭ ਹੈ ਪ੍ਰਕਾਸ਼ ਹੈ ਲੇਪ ਹੈ ਨਾ ਹੈ। ਉਹ ਸਾਰਿਆਂ ਦੇ ਵਿੱਚ ਪ੍ਰਕਾਸ਼ਮਾਨ ਹੁੰਦੇ ਨੇ। ਜਿਵੇਂ ਪਾਣੀ ਟਿਕ ਗਿਆ ਤੇ ਪ੍ਰਕਾਸ਼ਮਾਨ ਹੋ ਗਿਆ। ਚੰਚਲ ਹੈ ਪਾਣੀ, ਨਹੀਂ ਪ੍ਰਕਾਸ਼ਮਾਨ ਹੋਇਆ, ਅਕਸ ਸ਼ੁੱਧ ਨਜ਼ਰ ਨਹੀਂ ਆ ਰਿਹਾ। ਪਾਣੀ ਘੜਦਾ ਟਿਕ ਗਿਆ, ਆਕਾਸ਼ ਦਾ ਚੰਦ ਟਿਕਵਾ ਨਜ਼ਰ ਆਏਗਾ। ਇਸੇ ਤਰ੍ਹਾਂ ਸਾਡਾ ਤੁਹਾਡਾ ਚੰਚਲ ਬਿਰਤੀ ਹੈ, ਕੁਛ ਨਜ਼ਰ ਨਹੀਂ ਆ ਰਿਹਾ। ਜਿਉਂ-ਜਿਉਂ ਬਿਰਤੀ ਟਿਕ ਗਈ, ਜਿਉਂ-ਜਿਉਂ ਸ਼ਾਂਤੀ ਆ ਗਈ, ਤਿਉਂ-ਤਿਉਂ ਹਿਰਦੇ 'ਚ ਪਰਮਾਤਮਾ ਪ੍ਰਗਟ ਹੋਣ ਲੱਗ ਪੈਂਦਾ। ਘੜਾ ਜਦ ਤੱਕ ਹੈ ਤਦ ਤੱਕ ਵੀ ਨਜ਼ਰ ਆਏਗਾ। ਇਹ ਘੜਾ ਫੁੱਟ ਜਾਣਾ ਹੈ, ਉਹਨੇ ਫਿਰ ਵੀ ਹੋਣਾ ਹੈ। ਇਸ ਘੜੇ ਦੇ ਬਣਨ ਤੋਂ ਪਹਿਲਾਂ ਵੀ ਸੀ, ਘੜੇ ਦੇ ਫੁੱਟ ਜਾਣ ਤੋਂ ਬਾਅਦ ਵਿੱਚ ਵੀ ਹੈ। ਉਹ ਤਾਂ ਸਦਾ ਨਿਰਲੇਪ ਹੈ ਨਾ। ਇਸ ਜਿਵੇਂ ਆਕਾਸ਼ ਕਿਤੇ ਨਾ ਜਾਂਦਾ ਹੈ ਨਾ ਆਉਂਦਾ ਹੈ, ਤਿਵੇਂ ਹੀ ਬ੍ਰਹਮ ਨਾ ਕਿਤੇ ਜਾਂਦਾ ਹੈ, ਨਾ ਕਿਤੇ ਆਉਂਦਾ ਹੈ, ਨਾ ਬਦਲਦਾ ਹੈ। ਉਹ ਸਦਾ ਅਬਦਲ ਹੈ, ਇੱਕ ਰਸ ਹੈ। ਹਾਂਜੀ, ਸਤ ਚੇਤਨ ਆਨੰਦ ਸਰੂਪ। ਉਸੇ ਨੂੰ ਗਿਆਨੀਆਂ ਦੀ ਭਾਸ਼ਾ 'ਚ ਸਤ ਚੇਤਨ ਤੇ ਆਨੰਦ ਸਰੂਪ ਕਿਹਾ ਜਾਂਦਾ ਹੈ। ਉਹ ਸਦਾ ਸਦੀਵੀ ਹੈ, ਸਤ ਹੈ, ਚੇਤਨ ਸਰੂਪ ਹੈ ਤੇ ਆਨੰਦ ਸਰੂਪ ਹੈ। ਜੀਵ ਜੀਵ ਪ੍ਰਤ ਆਹੈ ਅਨੂਪ। ਆ ਜੋ ਜੀਵ ਹੈ ਨਾ, ਅਸੀਂ ਤੁਸੀਂ ਆ, ਇਹ ਸਾਰੇ ਅਲੱਗ-ਅਲੱਗ ਹੁੰਦੇ ਆ। ਜੀਵਨ ਦੇ ਪੱਖ ਅਲੱਗ-ਅਲੱਗ ਹੋ ਸਕਦੇ ਨੇ, ਪਰ ਉਹ ਸਦ ਚਿਤ ਆਨੰਦ ਹੈ। ਭੂਤ ਭਵਿੱਖ ਸਦਾ ਹੀ ਰਹੈ। ਉਹ ਸਮੇਂ ਤੋਂ ਮੁਕਤ ਹੈ। ਸਾਨੂੰ ਬੜੀ ਬਾਰੀਕ ਤੇ ਫਿਲਾਸਫੀਕਲ ਪੱਖ ਸਾਡੇ ਕੋਲ ਹੈ। ਅਕਾਲ ਮੂਰਤ। ਮੂਰਤ ਦਾ ਮਤਲਬ ਹੁੰਦਾ ਕਿਉਂਕਿ ਸਰੂਪ ਉਹਦਾ ਹੈ, ਉਹਦੀ ਕੋਈ ਬਣਤਰ ਹੈ, ਕੁਛ ਹੈ, ਪਰ ਕੈਸਾ ਹੈ? ਅਕਾਲ ਹੈ, ਜਿਸ ਦਾ ਸਮੇਂ ਦੇ ਨਾਲ ਕੋਈ ਸੰਬੰਧ ਨਹੀਂ। ਸਮਾਂ ਉਸਨੇ ਬਣਾਇਆ, ਉਹ ਕਾਲ ਦਾ ਰਚਨਹਾਰ ਹੈ, ਪਰ ਆਪ ਹੈ ਹੀ ਨਹੀਂ, ਕੋ ਨਹੀਂ ਹੈ। ਜਿਵੇਂ ਸਾਡੇ ਚ ਕੁਛ ਖੁਸ਼ਕ ਵਿਦਾਂਤ ਚ ਕਹਿੰਦੇ ਨਹੀਂ ਹੈ ਹੀ ਨਹੀਂ, ਨਹੀਂ ਉਹ ਹੈ। ਉਹਦਾ ਰੂਪ ਵੀ ਸਰੂਪ ਹੈ। ਇਸੇ ਕਰਕੇ ਆਪਾਂ ਕਹਿੰਦੇ ਨਾ, ਉਹਦਾ ਰੂਪ ਨਹੀਂ ਹੈ, ਉਹਦਾ ਸਰੂਪ ਝਲਕਾਂ ਨੇ। ਤੇ ਹਰ ਜੀਵ ਵਾਸਤੇ ਉਹਦੀ ਆਪਣੀ ਇੱਕ ਝਲਕ ਹੁੰਦੀ ਹੈ। ਅਭਿਆਸ ਕਰਦਿਆਂ ਜਦੋਂ ਅਸੀਂ ਹੋਰ ਗਹਿਰੇ ਇਸ ਪਾਸੇ ਅਧਿਐਨ ਕਰਦੇ, ਪਤਾ ਲੱਗਦਾ ਹੈ ਹਰ ਭਗਤ ਵਾਸਤੇ ਉਹਦਾ ਇੱਕ ਆਪਣਾ ਸਰੂਪ ਹੁੰਦਾ ਹੈ। ਭਗਤ ਜਿਸ ਵੀ ਸਰੂਪ ਦੇ ਵਿੱਚ ਉਸ ਨੂੰ ਯਾਦ ਕਰਦਾ ਹੈ, ਉਹ ਉਸੇ ਸਰੂਪ ਚ ਪ੍ਰਗਟ ਹੁੰਦਾ ਹੈ। ਜਿਵੇਂ ਪਾਣੀ ਕੌਲੀ ਚ ਪਾ ਲਿਆ, ਕੌਲੀ ਦਾ ਸਰੂਪ ਹੋ ਜਾਂਦਾ ਹੈ। ਘੜੇ ਚ ਪਾ ਲਿਆ, ਘੜੇ ਦਾ ਸਰੂਪ ਹੋ ਜਾਂਦਾ ਹੈ। ਚਮਚੇ ਚ ਪਾਵਾਂਗੇ, ਚਮਚੇ ਦਾ ਸਰੂਪ ਹੋ ਗਿਆ। ਗੜਵੇ ਚ ਪਾ ਲਿਆ, ਗੜਵੇ ਦਾ ਸਰੂਪ ਹੋ ਗਿਆ। ਕਿਸੇ ਪ੍ਰਾਤ ਵਿੱਚ ਪਾ ਲਿਆ, ਪ੍ਰਾਤ ਦਾ ਸਰੂਪ ਹੋ ਗਿਆ, ਕਿਉਂਕਿ ਦਰਵ ਹੈ ਨਾ। ਇਸ ਤਰ੍ਹਾਂ ਕਾਲ ਜੈਸਾ ਸਾਡੇ ਹਿਰਦੇ ਵਿੱਚ ਸੰਕਲਪ ਹੈ, ਸਾਡੇ ਵਾਸਤੇ ਉਹ ਵੈਸਾ ਪ੍ਰਗਟ ਹੋ ਜਾਂਦਾ ਹੈ। ਜੈਸੀ ਭੂਖ ਤੈਸੀ ਕਾ ਪੂਰਕ। ਜਿਹੋ ਜੀ ਸਾਡੀ ਭੁੱਖ ਹੁੰਦੀ ਹੈ ਨਾ, ਉਹ ਉਹੋ ਜਿਹੀ ਪੂਰਕ ਬਣ ਜਾਂਦਾ ਹੈ, ਕਿਉਂਕਿ ਉਹਦਾ ਕੋਈ ਰੂਪ ਤੇ ਹੈ ਨਹੀਂ ਨਾ, ਸਰੂਪ ਝਲਕ ਹੈ। ਔਰ ਗੁਰਬਾਣੀ 'ਚ ਅਸੀਂ ਕਈ ਵਾਰ ਉਹਦੇ ਸਰੂਪ ਝਲਕ ਦੇ ਦਰਸ਼ਨ ਵੀ ਕਰਦੇ ਹਾਂ। ਇੱਕ ਨਿੱਕੀ ਜਿਹੀ ਗੱਲ ਕਹਿ ਦਿਆਂ, ਬਾਬਾ ਨਾਮਦੇਵ ਜੀ ਦੇ ਉਹ ਸਰੂਪ ਝਲਕ ਕਈ ਵਾਰ ਆਪਾਂ ਪੜ੍ਹਦੇ ਸੁਣਦੇ ਨਾ। ਬਾਬੇ ਦੇ ਹੱਥ ਪੈਰ ਬੰਨ੍ਹ ਦਿੱਤੇ ਗਏ, 7 ਘੜੀਆਂ ਦੱਸ ਦਿੱਤੀਆਂ ਗਈਆਂ, 7 ਘੜੀਆਂ ਬੀਤ ਗਈਆਂ ਤੇ ਅਜੇ ਵੀ ਕੁਛ ਨਹੀਂ ਹੋਇਆ। ਆਪਾਂ ਪੜ੍ਹਿਆ 7 ਘੜੀ ਜਬ ਬੀਤੀ ਸੁਣੀ। 7 ਘੜੀਆਂ ਦਿੱਤੀਆਂ ਸੀ, ਬੀਤ ਗਈਆਂ। 7ਵੀਂ ਘੜੀ ਉਹ ਟਨ ਦੀ ਆਵਾਜ਼ ਗੂੰਜ ਰਹੀ ਹੈ, ਅੱਜ ਹੂੰ ਨਾ ਆਇਓ। ਅਜੇ ਵੀ ਨਹੀਂ ਆਇਆ ਤ੍ਰਿਪਣ ਧਾਣੀ, ਪਰ ਅਜੇ 7ਵੀਂ ਘੜੀ ਪੂਰੀ ਹੁੰਦੀ ਕਿ ਸਾਡੇ ਤੁਹਾਡੇ ਲਈ ਨਹੀਂ ਹੈ, ਸਿਰਫ ਨਾਮਦੇਵ ਲਈ ਹੈ। ਉਹ ਪਾਖਣ ਤਨਬਾਜ਼ ਬਦਾਇਲਾ, ਗਰੜ ਚੜੇ
गोबिंद आयला ते निगाह मिला के कहें तां धरण इकोडी करो, कहें तां लेकर ऊपर धरो, कहें तां मोई गऊ देव जी वाय, सब देख सब कोई देखा पति आए। ये हुण कोई मेरे वर्गा तुहाडे वर्गा कहे तर्क उठा के नहीं नहीं, वो सिर्फ नामदेव लई है, अभ्यासी लई है, प्रेमी लई है, क्योंकि वो किसी रूप का मुथास नहीं है। ਉਹਦੇ ਸਰੂਪ ਨੇ जैसा साढ़े चित्त विच दा स्वरूप है वो वैसा ही है। असीं ਝਲਕਾਰੇ देखते हैं, कोई कहता जी मैनूं कलकी की झलक मिली, कोई कहता जी मैनूं नील की झलक मिली, कोई कहता जी मैनूं बाज की झलक मिली। ये अतिशयोक्तियां नहीं होंदियां, ये जिहो जे हिरदे की आभा मंडल साडा अपना हुंदा है, जिहो जी साडे हिरदे च उहदा स्वरूप टिकिया हुंदा है, उहदा उही स्वरूप बन जाता है। क्योंकि उहदे सारे रूप ते उहदे ने, सारे स्वरूप ते उहदे ने। कहण लगे बहुत सदा एक रस रहिंदा है, बाकी सब कुछ आउंदा ते जांदा है। आ जीव जिने अनेकां रंग ने भूत पेक सदा ही रहे, वो सदा सलामत है। गुर कृपा करन कल फिर इत्थों अगे चलांगे, जिवें जिवें पातशाह दी बख्शिश प्राप्त हुंदी जाएगी। फिर अगे चलदे इहदे नाल ही जिवें आउण वाले समय दे विच आप जी सारे ही साहिब श्री गुरु ग्रंथ साहिब जी के पावन प्रकाश पुरब दी तैयारियां बख्शिशां प्राप्त कर रहे हो, ਉਹਦੇ ਆਉਣ ਵਾਲੇ ਸਮਾਗਮਾਂ 'ਚ ਆਪ ਜੀ ਨੇ ਇਸੇ ਤਰ੍ਹਾਂ ਜੁੜੇ ਰਹਿਣਾ, ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਰਹਿਣਾ। ਕੁੱਲ ਚੁੱਕ ਦੀ ਖਿਮਾ ਆਸੀਸ ਅਤੇ ਪਿਆਰ ਦਿੰਦਿਆਂ ਹੋਇਆਂ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।